ਸ੍ਰੀ ਰਾਗ ਮਹਿਲਾ ਪਹਿਲਾ। ਘਰ ਦੂਜਾ। ਧਨ ਜੋਬਨ ਅਰ ਫੁੱਲੜਾ, ਨਾਠੜੀਏ ਦਿਨ ਚਾਰ। ਧਨ ਜਵਾਨੀ ਅਤੇ ਨਿੱਕਾ ਜਿਹਾ ਫੁੱਲ, ਇਹ 4 ਦਿਨਾਂ ਦੇ ਹੀ ਪ੍ਰਾਹੁਣੇ ਹੁੰਦੇ ਹਨ। ਪੱਬਨ ਕੇਰੇ ਪਤ ਜਿਉਂ, ਢਲ ਢੁੱਲ ਝੁੰਮਣ ਹਾਰ। ਜਿਵੇਂ ਚੁਪੱਤੀ ਦੇ ਪੱਤਰ ਪਾਣੀ ਦੇ ਢਲ ਜਾਣ ਨਾਲ ਸੁੱਕ ਕੇ ਨਾਸ ਹੋ ਜਾਂਦੇ ਹਨ, ਤਿਵੇਂ ਇਹ ਵੀ ਨਾਸ ਹੋ ਜਾਂਦੇ ਹਨ। ਰੰਗ ਮਾਨ ਲੈ ਪਿਆਰਿਆ, ਜਾਂ ਜੋਬਨ ਨਉ ਹੁੱਲਾ। हे ਪਿਆਰੇ, ਜਦ ਤੱਕ ਨਵੀਂ ਜਵਾਨੀ ਹੈ ਤਦ ਤੱਕ ਆਤਮਿਕ ਆਨੰਦ ਲੈ ਲੈ। ਦਿਨ ਥੋੜ੍ਹੇ ਥੱਕੇ, ਭਿਆ ਪੁਰਾਣਾ ਚੋਲਾ। ਜਦੋਂ ਉਮਰ ਦੇ ਦਿਨ ਥੋੜ੍ਹੇ ਰਹਿ ਗਏ, ਸਰੀਰਕ ਚੋਲਾ ਪੁਰਾਣਾ ਹੋ ਜਾਏਗਾ, ਫਿਰ ਸਿਮਰਨ ਨਹੀਂ ਹੋ ਸਕੇਗਾ। ਰਹਾਉ। ਸੱਜਣ ਮੇਰੇ ਰੰਗਲੇ, ਜਾਏ ਸੁਤੇ ਜੀਰਾਨ। ਮੇਰੇ ਪਿਆਰੇ ਸੱਜਣ ਕਬਰਸਤਾਨ ਵਿੱਚ ਜਾ ਸੁੱਤੇ ਹਨ। ਹਉ ਵੀ ਵਈਆਂ ਡੁੰਮਣੀ, ਰੋਵਾਂ ਚੀਣੀ ਬਾਨ। ਮੈਂ ਉਹਨਾਂ ਦੇ ਵਿਛੋੜੇ ਵਿੱਚ ਧੀਮੀ ਆਵਾਜ਼ ਨਾਲ ਰੋ ਰਹੀ ਹਾਂ, ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਮੈਂ ਵੀ ਦੁਚਿੱਤੀ ਹੋ ਕੇ ਉੱਧਰ ਨੂੰ ਹੀ ਚੱਲ ਪਵਾਂਗੀ। ਕੀ ਨਾ ਸੁਨੇਹੀ ਗੋਰੀਏ, ਆਪਨ ਕੰਨੀ ਸੋਏ। ਹੇ ਸੁੰਦਰ ਜੀਵ ਇਸਤਰੀ, ਤੂੰ ਧਿਆਨ ਨਾਲ ਇਹ ਖਬਰ ਕਿਉਂ ਨਹੀਂ ਸੁਣਦੀ। ਲੱਗੀ ਆਵੇ ਸਹੁਰੇ, ਨਿਤ ਨਾ ਪੀਏ ਹੋਏ। ਕਿ ਪੇਕਾ ਕਰ ਇਸ ਲੋਕ ਦਾ ਵਸੇਬਾ ਸਦਾ ਨਹੀਂ ਰਹਿ ਸਕਦਾ। ਸਹੁਰੇ ਕਰ ਪਰਲੋਕ ਵਿੱਚ ਜ਼ਰੂਰ ਜਾਣਾ ਪਵੇਗਾ। ਨਾਨਕ ਸੁੱਤੀ ਪੀਏ, ਜਾਨ ਵਿਰਤੀ ਸਨ। ਹੇ ਨਾਨਕ, ਜਿਹੜੀ ਜੀਵ ਇਸਤਰੀ ਪੇਕੇ ਕਰ ਇਸ ਲੋਕ ਵਿੱਚ ਗਫਲਤ ਦੀ ਨੀਂਦ ਵਿੱਚ ਸੁੱਤੀ ਰਹੀ, ਇਉਂ ਜਾਣੋ ਕਿ ਉਸਦੇ ਗੁਣਾਂ ਨੂੰ ਦਿਨ ਦਿਹਾੜੇ ਹੀ ਸੰਨ ਲੱਗ ਗਈ। ਗੁਣਾ ਗਵਾਏ ਗੰਠੜੀ, ਅਵਗਨ ਚੱਲੀ ਬਨ। ਉਸਨੇ ਗੁਣਾਂ ਦੀ ਗੰਠੜੀ ਗਵਾ ਲਈ, ਉਹ ਇੱਥੋਂ ਔਗਣਾਂ ਦੀ ਪੰਡ ਬੰਨ੍ਹ ਕੇ ਲੈ ਤੁਰੀ। ਸ੍ਰੀ ਰਾਗ ਮਹਿਲਾ ਪਹਿਲਾ। ਘਰ ਦੂਜਾ। ਆਪੇ ਰਸੀਆ ਆਪ ਰਸ, ਆਪੇ ਰਾਵਨ ਹਾਰ। ਪ੍ਰਭੂ ਆਪ ਹੀ ਰਸ ਭਰਿਆ ਪਦਾਰਥ ਹੈ, ਆਪ ਹੀ ਉਸ ਵਿੱਚ ਰਸ ਹੈ, ਆਪ ਹੀ ਉਸ ਸਵਾਦ ਨੂੰ ਮਾਨਣ ਵਾਲਾ ਹੈ। ਆਪੇ ਹੋਵੇ ਚੋਲੜਾ, ਆਪੇ ਸੇਜ ਪਧਾਰ। ਪ੍ਰਭੂ ਆਪ ਹੀ ਇਸਤਰੀ ਬਣਦਾ ਹੈ, ਆਪ ਹੀ ਸੇਜ ਤੇ ਆਪ ਹੀ ਮਾਨਣ ਵਾਲਾ ਖਸਮ ਹੈ। ਰੰਗ ਰਤਾ ਮੇਰਾ ਸਾਹਿਬ, ਰਬ ਰਹਿਆ ਭਰਪੂਰ। ਮੇਰਾ ਮਾਲਕ ਪ੍ਰਭੂ ਪਿਆਰ ਵਿੱਚ ਰੰਗਿਆ ਹੋਇਆ ਹੈ, ਉਹ ਸਾਰੀ ਸ੍ਰਿਸ਼ਟੀ ਵਿੱਚ ਪੂਰਨ ਤੌਰ ਤੇ ਵਿਆਪਕ ਹੈ। ਰਹਾਉ। ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ। ਪ੍ਰਭੂ ਆਪ ਹੀ ਮੱਛੀਆਂ ਦਾ ਫੜਨ ਵਾਲਾ ਹੈ, ਆਪ ਹੀ ਮੱਛੀ ਹੈ, ਆਪ ਹੀ ਪਾਣੀ ਹੈ ਜਿਸ ਵਿੱਚ ਮੱਛੀ ਰਹਿੰਦੀ ਹੈ, ਆਪ ਹੀ ਜਾਲ ਹੈ ਜਿਸ ਵਿੱਚ ਮੱਛੀ ਫੜੀ ਦੀ ਹੈ। ਆਪੇ ਜਾਲ ਮਨਕੜਾ, ਆਪੇ ਅੰਦਰ ਲਾਲ। ਪ੍ਰਭੂ ਆਪ ਹੀ ਉਸ ਜਾਲ ਦੇ ਮਣਕੇ ਹੈ, ਆਪ ਹੀ ਉਸ ਜਾਲ ਵਿੱਚ ਮਾਸ ਦੀ ਬੋਟੀ ਹੈ ਜੋ ਮੱਛੀ ਨੂੰ ਜਾਲ ਵਿੱਚ ਪ੍ਰੇਰਦੀ ਹੈ। ਆਪੇ ਬਹੁ ਬਿਧ ਰੰਗਲਾ, ਸਖੀਏ ਮੇਰਾ ਲਾਲ।
हे ਸੇਲੀਏ, ਮੇਰਾ ਪਿਆਰਾ ਪ੍ਰਭੂ ਆਪ ਹੀ ਕਈ ਤਰੀਕਿਆਂ ਨਾਲ ਚੋਜ ਤਮਾਸ਼ੇ ਕਰਨ ਵਾਲਾ ਹੈ। ਨਿਤ ਰਵੇ ਸੁਹਾਗਣੀ, ਦੇਖ ਹਮਾਰਾ ਹਾਲ। ਭਾਗਾਂ ਵਾਲੀਆਂ ਨੂੰ, ਜੀਵ ਇਸਤਰੀ ਨੂੰ ਉਹ ਖਸਮ ਪ੍ਰਭੂ ਸਦਾ ਮਿਲਦਾ ਹੈ, ਪਰ ਮੇਰੇ ਵਰਗੀਆਂ ਦਾ ਹਾਲ ਵੇਖ ਕਿ ਸਾਨੂੰ ਕਦੇ ਦੀਦਾਰ ਨਹੀਂ ਹੁੰਦਾ। ਪ੍ਰਣਵੇ ਨਾਨਕ ਬੇਨਤੀ, ਤੂੰ ਸਰਵਰ ਤੂੰ ਹੰਸ। ਹੇ ਪ੍ਰਭੂ, ਨਾਨਕ ਤੇਰੇ ਦਰ 'ਤੇ ਅਰਦਾਸ ਕਰਦਾ ਹੈ, ਤੂੰ ਹਰ ਥਾਂ ਮੌਜੂਦ ਹੈ, ਮੈਨੂੰ ਵੀ ਦੀਦਾਰ ਦੇ। ਤੂੰ ਹੀ ਸਰੋਵਰ ਹੈ, ਤੂੰ ਹੀ ਸਰੋਵਰ ਦੇ ਰਹਿਣ ਵਾਲਾ ਹੰਸ ਹੈ। ਕੌਲ ਤੂੰ ਹੈ, ਕਵੀਆ ਤੂੰ ਹੈ, ਆਪੇ ਵੇਖ ਵਿਗਸ। ਸੂਰਜ ਦੀ ਰੋਸ਼ਨੀ ਵਿੱਚ ਖਿੜਨ ਵਾਲਾ ਕੌਲ ਫੁੱਲ ਵੀ ਤੂੰ ਆਪ ਹੀ ਹੈ, ਤੇ ਚੰਦ ਦੇ ਚਾਨਣ ਵਿੱਚ ਖਿੜਨ ਵਾਲੀ ਕਮੀ ਵੀ ਤੂੰ ਆਪ ਹੀ ਹੈ। ਆਪਣੇ ਜਮਾਲ ਨੂੰ ਤੇ ਆਪਣੇ ਜਲਾਲ ਨੂੰ ਵੇਖ ਕੇ ਤੂੰ ਆਪ ਹੀ ਖੁਸ਼ ਹੋਣ ਵਾਲਾ ਹੈ। ਸ੍ਰੀ ਰਾਗ ਮਹਿਲਾ ਪਹਿਲਾ, ਘਰ ਤੀਜਾ। ਇਹ ਤਨ ਧਰਤੀ, ਬੀਜ ਕਰਮਾ ਕਰੋ, ਸਲ ਅਪਾਓ ਸਾਰੰਗ ਪਾਣੀ। ਹੇ ਭਾਈ, ਇਸ ਸਰੀਰ ਨੂੰ ਧਰਤੀ ਬਣਾ, ਆਪਣੇ ਰੋਜ਼ਾਨਾ ਕਰਮਾਂ ਨੂੰ ਬੀਜ ਬਣਾ। ਪਰਮਾਤਮਾ ਦੇ ਨਾਮ ਦੇ ਪਾਣੀ ਦਾ ਇਸ ਭੋਏ ਵਿੱਚ ਸਿੰਚਨ ਕਰ। ਮਨ ਕੇ ਰਸਾਨ ਹਰ ਹਿਰਦੇ ਜਮਾਏ ਲੈ, ਇਉਂ ਪਾਵਸ ਪਦ ਨਿਰਬਾਨੀ। ਆਪਣੇ ਮਨ ਨੂੰ ਕਿਸਾਨ ਬਣਾ, ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਉਗਾ। ਇਸ ਤਰ੍ਹਾਂ ਹੀ ਭਾਈ ਉਹ ਆਤਮਿਕ ਅਵਸਥਾ ਹਾਸਲ ਕਰ ਲਵੇਗਾ ਜਿੱਥੇ ਕੋਈ ਵਾਸ਼ਨਾ ਭੋ ਨਹੀਂ ਸਕਦੀ। ਕਾਹੇ ਗਰਬਸ ਮੂੜੇ ਮਾਇਆ। ਇਹ ਮੂਰਖ ਮਾਇਆ ਦਾ ਕਿਉਂ ਮਾਨ ਕਰਦਾ ਹੈ। ਪਿਤ ਸੁਤੋ ਸਗਲ ਕਲਤਰ, ਮਾਤਾ ਤੇਰੇ ਹੋਏ ਨਾ ਅੰਤ ਸਖਾਇਆ। ਪਿਤਾ, ਪੁੱਤਰ, ਇਸਤਰੀ, ਮਾਂ, ਇਹ ਸਾਰੇ ਅੰਤ ਵੇਲੇ ਤੇਰੇ ਸਹਾਈ ਨਹੀਂ ਬਣ ਸਕਦੇ। ਰਹਾਉ ਬਿਖੇ ਬਿਕਾਰ ਦੁਸ਼ਟ ਕਿਰਖਾ ਕਰੇ, ਇਨ ਤਜ ਆਤਮੇ ਹੋਏ ਧਿਆਈ। ਜਿਹੜਾ ਮਨੁੱਖ ਚੰਦਰੇ ਵਿਸ਼ੇ ਵਿਕਾਰਾਂ ਨੂੰ ਹਿਰਦਾ ਭੋਏ ਵਿੱਚੋਂ ਇਉਂ ਪੁੱਟ ਦਿੰਦਾ ਹੈ, ਜਿਵੇਂ ਖੇਤੀ ਵਿੱਚੋਂ ਨਦੀਨ। ਇਹਨਾਂ ਵਿਕਾਰਾਂ ਦਾ ਤਿਆਗ ਕਰਕੇ ਜੋ ਮਨੁੱਖ ਆਪਣੇ ਅੰਦਰ ਇੱਕ ਚਿੱਤ ਹੋ ਕੇ ਪ੍ਰਭੂ ਨੂੰ ਸਿਮਰਦਾ ਹੈ, ਜਪ ਤਪ ਸੰਜਮ ਹੋਏ ਜਬ ਰਾਖੇ, ਕਮਲ ਬਿਗਸੇ ਮਦ ਅਸਰਮਾਈ। ਜਦੋਂ ਜਪ ਤਪ ਤੇ ਸੰਜਮ ਉਸਦੇ ਆਤਮਿਕ ਜੀਵਨ ਦੇ ਰਾਖੇ ਬਣਦੇ ਹਨ, ਤਾਂ ਉਸਦਾ ਹਿਰਦਾ ਕੌਲ ਖਿੜ ਪੈਂਦਾ ਹੈ। ਉਸਦੇ ਅੰਦਰ ਆਤਮਿਕ ਆਨੰਦ ਦਾ ਰਸ ਮਨ ਨੂੰ ਸਿੰਚਦਾ ਹੈ। बीस सप्ताहरो बासरो संग्रह, तीन खोड़ा नित काल सारे। हे नानक, जे मनुख 27 ਹੀ ਨਛੱਤਰਾਂ ਵਿੱਚ ਭਾਵ ਹਰ ਰੋਜ਼ ਪ੍ਰਭੂ ਦਾ ਨਾਮ ਤਨ ਇਕੱਠਾ ਕਰਦਾ ਰਹੇ, ਜੇ ਮਨੁੱਖ ਆਪਣੀ ਉਮਰ ਦੀਆਂ ਤਿੰਨਾਂ ਹੀ ਅਵਸਥਾ ਬਾਲਪਨ, ਜਵਾਨੀ, ਬੁਢੇਪੇ ਵਿੱਚ ਮੌਤ ਨੂੰ ਚੇਤੇ ਰੱਖੇ। 10 18 अपरंपरो चीने, कहे नानक इव एक तारे। जे 4 ਵੇਦਾਂ 6 ਸ਼ਾਸਤਰਾਂ ਅਤੇ 18 ਪੁਰਾਣ ਆਦਿਕ ਸਾਰੀਆਂ ਧਰਮ ਪੁਸਤਕਾਂ ਵਿੱਚ ਪਰਮਾਤਮਾ ਦੇ ਨਾਮ ਨੂੰ ਹੀ ਖੋਜੇ, ਤਾਂ ਇਸ ਤਰ੍ਹਾਂ ਪਰਮਾਤਮਾ ਉਸ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।
ਸ੍ਰੀ ਰਾਗ ਮਹਿਲਾ ਪਹਿਲਾ। ਕਰ ਤੀਜਾ। ਅਮਲ ਕਰ ਧਰਤੀ, ਬੀਜ ਸਬਦੋ ਕਰ। ਸੱਚ ਕੀ ਆਬ ਨਿਤ ਦੇ ਪਾਣੀ। ਹੇ ਕਾਜੀ, ਆਪਣੇ ਰੋਜ਼ਾਨਾ ਹਰੇਕ ਕਰਮ ਨੂੰ ਭੋਏ ਬਣਾ। ਇਸ ਕਰਮ ਭੋਏ ਵਿੱਚ ਗੁਰੂ ਦਾ ਸ਼ਬਦ ਵੀ ਪਾ। ਸਿਮਰਨ ਤੋਂ ਪੈਦਾ ਹੋਣ ਵਾਲੀ ਆਤਮਿਕ ਸੁੰਦਰਤਾ ਦਾ ਪਾਣੀ ਉਸ ਅਮਲ ਭੋਏ ਵਿੱਚ ਸਦਾ ਦਿੰਦਾ ਰਹੋ। ਹੋਏ ਕਿਰਸਾਨ ਈਮਾਨ ਜਮਾਏ ਲੈ, ਪਿਸਤ ਦੋਜਕ ਮੂੜੇ ਇਹ ਵਜਾਣੀ। ਕਿਸਾਨ ਵਰਗਾ ਉਦਮੀ ਬਣ, ਤੇਰੀ ਇਸ ਕਿਰਸਾਨੀ ਵਿੱਚ ਸਰਦਾ ਦੀ ਖੇਤੀ ਉੱਗੇਗੀ। ਹੇ ਮੂਰਖ, ਸਿਰਫ ਇਸ ਤਰੀਕੇ ਨਾਲ ਸਮਝ ਆਵੇਗੀ ਕਿ ਬਹਿਸ਼ਤ ਕੀ ਹੈ ਤੇ ਦੋਜਕ ਕੀ ਹੈ। ਮਤ ਜਾਣਸ ਗੱਲੀ ਪਾਇਆ। ਹੇ ਕਾਜੀ, ਇਹ ਨਾ ਸਮਝੀ ਕਿ ਨਿਰੀਆਂ ਗੱਲਾਂ ਨਾਲ ਹੀ ਰੱਬ ਮਿਲ ਪੈਂਦਾ ਹੈ। ਮਾਲ ਕੇ ਮਾਣੇ ਰੂਪ ਕੀ ਸ਼ੋਭਾ, ਇਤ ਵਿਧੀ ਜਨਮ ਗਵਾਇਆ। ਜੇ ਬੇਈਮਾਨੀਆਂ ਕਰਕੇ ਇਕੱਠੇ ਕੀਤੇ ਹੋਏ ਧਨ ਦੇ ਹੰਕਾਰ ਵਿੱਚ ਟਿਕੇ ਰਹੇ, ਜੇ ਕਮਾਤੁਰ ਹੋ ਕੇ ਰੂਪ ਦੀ ਸ਼ੋਭਾ ਵਿੱਚ ਮਨ ਜੁੜਿਆ ਰਿਹਾ, ਤਾਂ ਬਾਹਰੋਂ ਮਜ਼ਹਬ ਦੀਆਂ ਗੱਲਾਂ ਕੁਝ ਨਹੀਂ ਸਵਾਰ ਸਕਦੀਆਂ। ਇਸ ਤਰ੍ਹਾਂ ਮਨੁੱਖਾ ਜਨਮ ਅਜਾਈਂ ਚਲਾ ਜਾਂਦਾ ਹੈ। ਰਹਾਉ ਐਬ ਤਨ ਚਿਕੜੋ, ਇਹ ਮਨ ਮੀਂਢ ਕੋ। ਕਮਲ ਕੀ ਸਾਰ ਨਹੀਂ ਮੂਲ ਪਾਈ। ਜਦ ਤੱਕ ਸਰੀਰ ਦੇ ਅੰਦਰ ਵਿਕਾਰਾਂ ਦਾ ਚਿੱਕੜ ਹੈ ਤੇ ਇਹ ਮਨ ਉਸ ਚਿੱਕੜ ਵਿੱਚ ਡੱਡੂ ਬਣ ਕੇ ਰਹਿੰਦਾ ਹੈ, ਚਿੱਕੜ ਵਿੱਚ ਉੱਗੇ ਹੋਏ ਕੌਲ ਫੁੱਲ ਦੀ ਕਦਰ ਇਸ ਡੱਡੂ ਮਨ ਨੂੰ ਨਹੀਂ ਪੈ ਸਕਦੀ। ਹਿਰਦੇ ਵਿੱਚ ਵਸਦੇ ਪ੍ਰਭੂ ਦੀ ਸੂਝ ਨਹੀਂ ਆ ਸਕਦੀ। ਭੌਰ ਉਸਤਾਦ ਨਿਤ ਭਾਖਿਆ ਬੋਲੇ, ਕਿਉਂ ਬੂਝੇ ਜਾਂ ਨਹਿ ਬੁਝਾਈ। ਭੌਰਾ ਆ ਕੇ ਕੌਲ ਫੁੱਲ ਉੱਤੇ ਗੁੰਜਾਰ ਪਾਉਂਦਾ ਹੈ, ਪਰ ਕੌਲ ਫੁੱਲ ਦੇ ਪਾਸ ਹੀ ਚਿੱਕੜ ਵਿੱਚ ਮਸਤ ਡੱਡੂ ਫੁੱਲ ਦੀ ਕਦਰ ਨਹੀਂ ਜਾਣਦਾ। ਗੁਰੂ ਭੌਰਾ ਸਦਾ ਹਰੀ ਸਿਮਰਨ ਦਾ ਉਪਦੇਸ਼ ਕਰਦਾ ਹੈ, ਪਰ ਇਹ ਡੱਡੂ ਮਨ ਉਸ ਉਪਦੇਸ਼ ਨੂੰ ਨਹੀਂ ਸਮਝਦਾ। ਇਸ ਨੂੰ ਅਜਿਹੀ ਸਮਝ ਹੀ ਨਹੀਂ ਹੈ। ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰੱਤਾ ਮਾਇਆ। ਹੇ ਕਾਜੀ, ਜਦ ਤੱਕ ਇਹ ਮਨ ਮਾਇਆ ਦੇ ਰੰਗ ਵਿੱਚ ਹੀ ਰੰਗਿਆ ਹੋਇਆ ਹੈ, ਮਜ਼ਹਬੀ ਕਿਤਾਬ ਦੇ ਮਸਲੇ ਸੁਣਨੇ ਸੁਣਾਣੇ ਬੇਅਸਰ ਹਨ। ਖਸਮ ਕੀ ਨਦਰ ਦਿਲੇ ਪਸੰਦੇ, ਜਿਨੀ ਕਰ ਏਕ ਧਿਆਇਆ। ਉਹੀ ਬੰਦੇ ਮਾਲਕ ਰੱਬ ਦੀ ਮਿਹਰ ਦੀ ਨਜ਼ਰ ਵਿੱਚ ਹਨ। ਉਹੀ ਬੰਦੇ ਉਸ ਦੇ ਦਿਲ ਵਿੱਚ ਪਿਆਰੇ ਹਨ, ਜਿਨ੍ਹਾਂ ਨੇ ਪੂਰੀ ਸਰਦਾ ਨਾਲ ਉਸ ਨੂੰ ਸਿਮਰਿਆ ਹੈ। 30 ਕਰ ਰੱਖੇ 5 ਕਰ ਸਾਥੀ, ਨਾਉ ਸਤਾਨ ਮਤ ਕਟ ਜਾਈ। ਹੇ ਕਾਜੀ, ਤੂੰ 30 ਰੋਜ਼ੇ ਗਿਣ ਕੇ ਰੱਖਦਾ ਹੈ, 5 ਨਮਾਜ਼ਾਂ ਨੂੰ ਸਾਥੀ ਬਣਾਉਂਦਾ ਹੈ, ਪਰ ਇਹ ਸਭ ਕੁਝ ਵਿਖਾਵੇ ਦੀ ਖਾਤਰ ਕਰਦਾ ਹੈ, ਤਾਂ ਕਿ ਸ਼ਾਇਦ ਇਸ ਤਰੀਕੇ ਨਾਲ ਲੋਕ ਮੈਨੂੰ ਚੰਗਾ ਮੁਸਲਮਾਨ ਆਖਣ ਲੱਗ ਪੈਣ। ਨਾਨਕ ਆਖੇ ਰਾਹ ਪੈ ਚੱਲਣਾ, ਮਾਲ ਧਨ ਕਿਤ ਕੂ ਸੰਜਾਹੀ। ਪਰ ਨਾਨਕ ਆਖਦਾ ਹੈ, ਹੇ ਕਾਜੀ, ਜੀਵਨ ਦੇ ਸਹੀ ਰਸਤੇ ਉੱਤੇ ਤੁਰਨਾ ਚਾਹੀਦਾ ਹੈ। ਤੂੰ ਠੱਗੀ ਫਰੇਬ ਕਰਕੇ ਮਾਲ ਧਨ ਕਿਉਂ ਇਕੱਠਾ ਕਰਦਾ ਹੈ? ਤੂੰ ਨਿਰੀਆਂ ਗੱਲਾਂ ਨਾਲ ਲੋਕਾਂ ਨੂੰ ਪਤਿਆਉਂਦਾ ਹੈ। ਅੰਦਰੋਂ ਤੂੰ ਧਨ ਦੇ ਲਾਲਚ ਵਿੱਚ ਅਤੇ ਕਾਮ ਵਾਸਨਾ ਵਿੱਚ ਅੰਨਾ ਹੋਇਆ ਪਿਆ ਹੈ। ਇਹ ਰਸਤਾ ਆਤਮਿਕ ਮੌਤ ਦਾ ਹੈ।
ਸ੍ਰੀ ਰਾਗ ਮਹਿਲਾ ਪਹਿਲਾ ਘਰ ਚੌਥਾ। ਸੋਈ ਮੌਲਾ ਜਿਨ ਜਗ ਮੌਲਿਆ, ਹਰਿਆ ਕੀਆ ਸੰਸਾਰੂ। ਆਬ ਖਾਕ ਜਿਨ ਬੰਦ ਰਹਾਈ, ਧਨ ਸਿਰਜਨਹਾਰੂ। ਜਿਸ ਮਾਲਕ ਨੇ ਸਾਰਾ ਜਗਤ ਪ੍ਰਫੁੱਲਤ ਕੀਤਾ ਹੈ, ਜਿਸ ਨੇ ਸਾਰੇ ਸੰਸਾਰ ਨੂੰ ਹਰਾ ਭਰਾ ਕੀਤਾ ਹੈ, ਜਿਸ ਨੇ ਪਾਣੀ ਤੇ ਮਿੱਟੀ ਵਿਰੋਧੀ ਤੱਤ ਇਕੱਠੇ ਕਰਕੇ ਰੱਖ ਦਿੱਤੇ ਹਨ, ਉਹ ਸਿਰਜਣਹਾਰ ਧਨ ਹੈ। ਉਸ ਦੀ ਸਿਫਤ ਸਲਾਹ ਕਰੋ, ਉਹੀ ਅਸਲ ਮਾਲਕ ਹੈ। ਮੌਤ ਦਾ ਮਾਲਕ ਵੀ ਉਹੀ ਹੈ। ਵਿਰੋਧੀ ਤੱਤਾਂ ਵਾਲੀ ਖੇਡ ਆਖਰ ਮੁੱਕਣੀ ਹੀ ਹੋਈ ਤੇ ਉਹ ਮੁਕਾਂਦਾ ਹੈ। ਮਰਨਾ ਮੁੱਲਾਂ ਮਰਨਾ। ਹੇ ਮੁੱਲਾਂ, ਮੌਤ ਦਾ ਡਰ ਹਰੇਕ ਦੇ ਸਿਰ ਉੱਤੇ ਹੈ। ਪੀ ਕਰ ਤਾਰੈ ਡਰਨਾ। ਤਾਂ ਤੇ ਰੱਬ ਤੋਂ ਹੀ ਡਰਨਾ ਚਾਹੀਦਾ ਹੈ। ਰੱਬ ਦੇ ਡਰ ਵਿੱਚ ਰਹਿਣਾ ਹੀ ਫੱਬਦਾ ਹੈ। ਭਾਵ ਰੱਬ ਦੇ ਡਰ ਵਿੱਚ ਰਿਹਾ ਹੀ ਮੌਤ ਦਾ ਡਰ ਦੂਰ ਹੋ ਸਕਦਾ ਹੈ। ਰਹਾਉ। ਤਾਂ ਤੂੰ ਮੁੱਲਾਂ, ਤਾਂ ਤੂੰ ਕਾਜੀ, ਜਾਣੇ ਨਾਮ ਖੁਦਾਈ। ਮਜ਼ਹਬੀ ਕਿਤਾਬਾਂ ਨਿਰੀਆਂ ਪੜ੍ਹ ਲੈਣ ਨਾਲ ਅਸਲ ਕਾਜੀ ਮੁੱਲਾ ਨਹੀਂ ਬਣ ਸਕੀਦਾ। ਤਦੋਂ ਹੀ ਤੂੰ ਆਪਣੇ ਆਪ ਨੂੰ ਮੁੱਲਾ ਸਮਝ, ਤਦੋਂ ਹੀ ਕਾਜੀ, ਜਦੋਂ ਤੂੰ ਰੱਬ ਦੇ ਨਾਮ ਨਾਲ ਡੂੰਘੇ ਸਾਂਝ ਪਾ ਲਵੇਂਗਾ ਤੇ ਮੌਤ ਦਾ ਡਰ ਮੁਕਾ ਲਏਂਗਾ। ਜੇ ਬਹੁ ਤੇਰਾ ਪੜਿਆ ਹੋਵੇ, ਕੋ ਰਹੇ ਨਾ ਭਰੀਐ ਪਾਈ। ਨਹੀਂ ਤਾਂ ਭਾਵੇਂ ਤੂੰ ਕਿਤਨਾ ਹੀ ਮਜ਼ਹਬੀ ਕਿਤਾਬਾਂ ਪੜ੍ਹ ਜਾਵੇਂ, ਮੌਤ ਫਿਰ ਵੀ ਨਹੀਂ ਟਲੇਗੀ। ਜਦੋਂ ਸਵਾਸ ਪੂਰੇ ਹੋ ਜਾਂਦੇ ਹਨ, ਕੋਈ ਇੱਥੇ ਰਹਿ ਨਹੀਂ ਸਕਦਾ। ਸੋਈ ਕਾਜੀ ਜਿਨ ਆਪ ਤਜਿਆ, ਇੱਕ ਨਾਮ ਕੀਆ ਆਧਾਰੂ। ਉਹੀ ਮਨੁੱਖ ਕਾਜੀ ਹੈ ਜਿਸ ਨੇ ਆਪਾ ਭਾਵ ਤਿਆਗ ਦਿੱਤਾ ਹੈ ਅਤੇ ਜਿਸ ਨੇ ਉਸ ਰੱਬ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ ਹੈ। ਹੈ ਪੀ ਹੋਸੀ ਜਾਏ ਨ ਜਾਸੀ, ਸੱਚਾ ਸਿਰਜਨਹਾਰੂ। ਜੋ ਹੁਣ ਵੀ ਹੈ, ਅਗਾਂਹ ਨੂੰ ਵੀ ਰਹੇਗਾ। ਜੋ ਨਾ ਜੰਮਦਾ ਹੈ ਨਾ ਮਰਦਾ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ ਤੇ ਸਭ ਦਾ ਪੈਦਾ ਕਰਨ ਵਾਲਾ ਹੈ। 5 ਵਕਤ ਨਵਾਜ਼ ਗੁਜ਼ਾਰੇ, ਪੜ੍ਹੈ ਕਿਤਾਬ ਕੁਰਾਨਾ। ਹੇ ਕਾਜੀ, ਤੂੰ 5 ਵੇਲੇ ਨਮਾਜ਼ਾਂ ਪੜ੍ਹਦਾ ਹੈ। ਤੂੰ ਕੁਰਾਨ ਅਤੇ ਹੋਰ ਆਪਣੀਆਂ ਮਜ਼ਹਬੀ ਕਿਤਾਬਾਂ ਵੀ ਪੜ੍ਹਦਾ ਹੈ। ਫਿਰ ਵੀ ਸਵਾਰਥ ਵਿੱਚ ਬੱਝਾ ਰਹਿ ਕੇ ਮੌਤ ਤੋਂ ਡਰਦਾ ਹੈ। ਨਾਨਕ ਆਖੇ ਗੋਰਸ ਦੇਈ, ਰਹਿਓ ਪੀਣਾ ਖਾਣਾ। ਨਾਨਕ ਆਖਦਾ ਹੈ, ਹੇ ਕਾਜੀ, ਜਦੋਂ ਮੌਤ ਸੱਦਾ ਦਿੰਦੀ ਹੈ ਤਾਂ ਦਾਣਾ ਪਾਣੀ ਇੱਥੇ ਦਾ ਇੱਥੇ ਹੀ ਧਰਿਆ ਰਹਿ ਜਾਂਦਾ ਹੈ। ਸੋ ਮੌਤ ਦੇ ਡਰ ਤੋਂ ਬਚਣ ਲਈ ਰੱਬ ਦੇ ਡਰ ਵਿੱਚ ਟਿਕਿਆ ਰਹੋ। ਸ੍ਰੀ ਰਾਗ ਮਹਿਲਾ ਪਹਿਲਾ ਘਰ ਚੌਥਾ। ਏਕ ਸੁਆਨ ਦੋਏ ਸੁਆਨੀ ਨਾਲ, ਭਲਕੇ ਭੌਂਕੇ ਸਦਾ ਬਿਆਲ। ਕੂੜ ਸ਼ੁਰਾ ਮੁੱਠਾ ਮੁਰਦਾਰ, ਧਨ ਕਰੂਪ ਰਹਾ ਕਰਤਾਰ। ਹੇ ਕਰਤਾਰ, ਮੈਂ ਸਾਂਸੀਆਂ ਵਾਲੇ ਰੂਪ ਵਿੱਚ ਰਹਿੰਦਾ ਹਾਂ। ਮੇਰੇ ਨਾਲ ਇੱਕ ਕੁੱਤਾ ਲੋਭ ਹੈ, 2 ਕੁੱਤੀਆਂ ਆਸਾ ਤ੍ਰਿਸ਼ਨਾ ਹਨ। ਮੇਰੇ ਹੱਥ ਵਿੱਚ ਝੂਠ ਸ਼ੁਰਾ ਹੈ। ਮੈਂ ਮਾਇਆ ਵਿੱਚ ਠੱਗਿਆ ਜਾ ਰਿਹਾ ਹਾਂ ਤੇ ਪਰਾਇਆ ਹੱਕ ਮੁਰਦਾਰ ਖਾਂਦਾ ਹਾਂ। ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ,
हे ਪਤੀ ਪ੍ਰਭੂ, ਨਾ ਮੈਂ ਤੇਰੀ ਸਿਫਤ ਸਲਾਹ ਕਰਦਾ ਹਾਂ, ਨਾ ਮੈਂ ਤੇਰੀ ਨਸੀਹਤ 'ਤੇ ਤੁਰਦਾ ਹਾਂ, ਨਾ ਮੇਰੀ ਕਰਨੀ ਚੰਗੀ ਹੈ। ਹਉ ਬਿਗੜੇ ਰੂਪ ਰਹਾਂ ਬਿਕਰਾਲ, ਮੈਂ ਸਦਾ ਡਰਾਉਣੇ ਵਿਗੜੇ ਰੂਪ ਵਾਲਾ ਬਣਿਆ ਰਹਿੰਦਾ ਹਾਂ। ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹਾ ਆਸ ਇਹੋ ਆਧਾਰ। ਮੈਨੂੰ ਹੁਣ ਸਿਰਫ ਇਹੀ ਆਸ ਹੈ, ਇਹੋ ਆਸਰਾ ਹੈ ਕਿ ਤੇਰਾ ਜਿਹੜਾ ਨਾਮ ਸਾਰੇ ਸੰਸਾਰ ਨੂੰ ਪਾਰ ਲਗਾਉਂਦਾ ਹੈ, ਉਹ ਮੈਨੂੰ ਵੀ ਪਾਰ ਲਗਾ ਲਏਗਾ। ਰਹਾਉ ਮੁਖ ਨਿੰਦਾ ਆਖਾਂ ਦਿਨ ਰਾਤ, ਮੈਂ ਦਿਨੇ ਰਾਤ ਮੂੰਹੋਂ ਦੂਜਿਆਂ ਦੀ ਨਿੰਦਾ ਕਰਦਾ ਰਹਿੰਦਾ ਹਾਂ। ਪਰ ਕਰ ਜੋਹੀ ਨੀਚ ਸਨਾਤ, ਮੈਂ ਨੀਚ ਤੇ ਨੀਵੇਂ ਅਸਲੇ ਵਾਲਾ ਹੋ ਗਿਆ ਹਾਂ, ਪਰਾਇਆ ਕਰ ਤੱਕਦਾ ਹਾਂ। ਕਾਮ ਕ੍ਰੋਧ ਤਨ ਵਸੇ ਚੰਡਾਲ, ਮੇਰੇ ਸਰੀਰ ਵਿੱਚ ਕਾਮ ਤੇ ਕ੍ਰੋਧ ਚੰਡਾਲ ਵਸ ਰਹੇ ਹਨ। ਧਨ ਕਰੂਪ ਰਹਾਂ ਕਰਤਾਰ, ਹੇ ਕਰਤਾਰ, ਮੈਂ ਸਾਂਸੀਆਂ ਵਾਲੇ ਰੂਪ 'ਚ ਤੁਰਿਆ ਫਿਰਦਾ ਹਾਂ। ਫਾਹੀ ਸੁਰਤ ਮਲੂਕੀ ਵੇਸ, ਮੇਰਾ ਧਿਆਨ ਇਸ ਪਾਸੇ ਰਹਿੰਦਾ ਹੈ ਕਿ ਲੋਕਾਂ ਨੂੰ ਕਿਸੇ ਠੱਗੀ ਵਿੱਚ ਫਸਾਵਾਂ, ਪਰ ਮੈਂ ਫਕੀਰਾਂ ਵਾਲਾ ਲਿਬਾਸ ਪਾਇਆ ਹੋਇਆ ਹੈ। ਹਉ ਠੱਗਵਾੜਾ ਠੱਗੀ ਦੇਸ, ਮੈਂ ਠੱਗੀ ਦਾ ਅੱਡਾ ਬਣਿਆ ਹੋਇਆ ਹਾਂ, ਦੇਸ਼ ਨੂੰ ਠੱਗ ਰਿਹਾ ਹਾਂ। ਖਰਾ ਸਿਆਣਾ ਬਹੁਤਾ ਭਾਰ, ਜਿਉਂ-ਜਿਉਂ ਮੈਂ ਬਹੁਤਾ ਸਿਆਣਾ ਬਣਦਾ ਹਾਂ, ਪਾਪਾਂ ਦਾ ਹੋਰ ਭਾਰ ਆਪਣੇ ਸਿਰ ਉੱਤੇ ਚੁੱਕਦਾ ਜਾਂਦਾ ਹਾਂ। ਧਨ ਕਰੂਪ ਰਹਾਂ ਕਰਤਾਰ, ਹੇ ਕਰਤਾਰ, ਮੈਂ ਸਾਂਸੀਆਂ ਵਾਲਾ ਰੂਪ ਧਾਰੀ ਬੈਠਾ ਹਾਂ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੇ ਕਰਤਾਰ, ਮੈਂ ਤੇਰੀਆਂ ਦਾਤਾਂ ਦੀ ਕਦਰ ਨਹੀਂ ਪਛਾਣੀ, ਮੈਂ ਪਰਾਇਆ ਹੱਕ ਖਾਂਦਾ ਹਾਂ। ਹਉ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਮੈਂ ਵਿਕਾਰੀ ਹਾਂ, ਮੈਂ ਤੇਰਾ ਚੋਰ ਹਾਂ, ਤੇਰੇ ਸਾਹਮਣੇ ਮੈਂ ਕਿਸ ਮੂੰਹ ਹਾਜ਼ਰ ਹੋਵਾਂਗਾ। ਨਾਨਕ ਨੀਚ ਕਹੇ ਵਿਚਾਰ, ਮੰਦ ਕਰਮੀ ਨਾਨਕ ਇਹੀ ਗੱਲ ਆਖਦਾ ਹੈ। ਧਨ ਕਰੂਪ ਰਹਾਂ ਕਰਤਾਰ, ਹੇ ਕਰਤਾਰ, ਮੈਂ ਤਾਂ ਸਾਂਸੀ ਰੂਪ ਵਿੱਚ ਜੀਵਨ ਬਤੀਤ ਕਰ ਰਿਹਾ ਹਾਂ। ਸ੍ਰੀ ਰਾਗ ਮਹਿਲਾ ਪਹਿਲਾ, ਕਰ ਚੌਥਾ। ਏਕਾ ਸੁਰਤ ਜੇਤੇ ਹੈ ਜੀ, ਜਿਤਨੇ ਵੀ ਜੀਵ ਹਨ, ਇਹਨਾਂ ਸਭਨਾਂ ਦੇ ਅੰਦਰ ਇੱਕ ਪਰਮਾਤਮਾ ਦੀ ਹੀ ਬਖਸ਼ੀ ਹੋਈ ਸੂਝ ਕੰਮ ਕਰ ਰਹੀ ਹੈ। ਸੁਰਤ ਵਿਹੁਣਾ ਕੋਈ ਨ ਕੀ, ਪਰਮਾਤਮਾ ਨੇ ਕੋਈ ਵੀ ਐਸਾ ਜੀ ਪੈਦਾ ਨਹੀਂ ਕੀਤਾ ਜਿਸ ਨੂੰ ਸੂਝ ਤੋਂ ਵਿਰਵਾ ਰੱਖਿਆ ਹੋਵੇ। ਜਿਹੀ ਸੁਰਤ ਤਿਹਾ ਤਿਨ ਰਾਹੂ, ਜਿਹੋ ਜਿਹੀ ਸੂਝ ਪ੍ਰਭੂ ਜੀਵਾਂ ਨੂੰ ਦਿੰਦਾ ਹੈ, ਉਹੋ ਜਿਹਾ ਜੀਵਨ ਰਸਤਾ ਉਹ ਫੜ ਲੈਂਦੇ ਹਨ। ਲੇਖਾ ਇੱਕੋ ਆਵੋ ਜਾਹੋ, ਉਸੇ ਮਿਲੀ ਸੂਝ ਅਨੁਸਾਰ ਜੀਵ ਜਗਤ ਵਿੱਚ ਆਉਂਦੇ ਹਨ ਤੇ ਇੱਥੋਂ ਚਲੇ ਜਾਂਦੇ ਹਨ। ਇਹ ਮਰਿਆਦਾ ਤੋਰਨ ਵਾਲਾ ਪ੍ਰਭੂ ਆਪ ਹੀ ਹੈ। ਕਾਹੇ ਜੀ ਕਰੇ ਚਤੁਰਾਈ, ਹੇ ਜੀਵ, ਤੂੰ ਆਪਣੀ ਚੰਗੀ ਸੂਝ ਅਕਲ ਵਿਖਾਣ ਲਈ ਕਿਉਂ ਚਲਾਕੀ ਕਰਦਾ ਹੈ। ਲੇਵੈ ਦੇਵੈ ਢਿੱਲ ਨਾ ਪਾਈ, ਉਹ ਪਰਮਾਤਮਾ ਹੀ ਜੀਵਾਂ ਨੂੰ ਸੂਝ ਦਿੰਦਾ ਹੈ ਤੇ ਲੈ ਲੈਂਦਾ ਹੈ, ਰਤਾ ਚਿਰ ਨਹੀਂ ਲਾਂਦਾ। ਰਹਾਉ ਤੇਰੇ ਜੀ ਜੀਆਂ ਕਾ ਤੋਹੇ, ਹੇ ਮਾਲਕ ਪ੍ਰਭੂ, ਸਾਰੇ ਜੀਵ
ਤੇਰੇ ਪੈਦਾ ਕੀਤੇ ਹੋਏ ਹਨ। ਸਾਰੇ ਜੀਵਾਂ ਦਾ ਤੂੰ ਹੀ ਖਸਮ ਹੈ। ਕਿਤ ਕੋ ਸਾਹਿਬ ਆਵੇ ਰੋਹ। ਜੇ ਜੀਵ ਤੈਥੋਂ ਮਿਲੀ ਸੂਝ ਅਕਲ ਦਾ ਮਾਨ ਵੀ ਕਰਨ, ਤਾਂ ਵੀ ਤੂੰ ਗੁੱਸੇ ਵਿੱਚ ਨਹੀਂ ਆਉਂਦਾ, ਕਿਉਂਕਿ ਆਖਰ ਇਹ ਜੀਵ ਸਾਰੇ ਤੇਰੇ ਹੀ ਹਨ। ਜੇ ਤੂੰ ਸਾਹਿਬ ਆਵੈ ਰੋ, ਤੂੰ ਉਹਨਾਂ ਕਾ ਤੇਰੇ ਓ। ਹੇ ਮਾਲਕ ਪ੍ਰਭੂ, ਜੇ ਤੂੰ ਗੁੱਸੇ ਵਿੱਚ ਆਵੇਂ ਤਾਂ ਕਿਸ ਉੱਤੇ ਆਵੇਂ? ਤੂੰ ਉਹਨਾਂ ਦਾ ਮਾਲਕ ਹੈ ਅਤੇ ਸਾਰੇ ਤੇਰੇ ਹੀ ਬਣਾਏ ਹੋਏ ਹਨ। ਅਸੀਂ ਬੋਲ ਵਿਗਾੜੈ ਵਿਗਾੜੈ ਬੋਲ। ਹੇ ਪ੍ਰਭੂ, ਅਸੀਂ ਜੀਵ ਬੜਬੋਲੇ ਹਾਂ। ਅਸੀਂ ਤੈਥੋਂ ਮਿਲੀ ਸੂਝ ਅਕਲ ਉੱਤੇ ਮਾਨ ਕਰਕੇ ਅਨੇਕਾਂ ਵਾਰੀ ਫਿੱਕੇ ਬੋਲ ਬੋਲ ਦਿੰਦੇ ਹਾਂ। ਤੂੰ ਨਦਰੀ ਅੰਦਰ ਤੋਲੈ ਤੋਲ, ਪਰ ਤੂੰ ਸਾਡੇ ਕੁਬੋਲਾਂ ਨੂੰ ਮਿਹਰ ਦੀ ਨਿਗਾਹ ਨਾਲ ਪਰਖਦਾ ਹੈ। ਜਹ ਕਰਨੀ ਤਹ ਪੂਰੀ ਮਤ। ਗੁਰੂ ਦੇ ਦੱਸੇ ਰਾਹ ਉੱਤੇ ਤੁਰ ਕੇ ਜਿਸ ਮਨੁੱਖ ਦੇ ਅੰਦਰ ਉੱਚਾ ਆਚਰਨ ਬਣ ਜਾਂਦਾ ਹੈ, ਉਸ ਦੀ ਸੂਝ ਅਕਲ ਵੀ ਗੰਭੀਰ ਹੋ ਜਾਂਦੀ ਹੈ ਤੇ ਉਹ ਬੜਬੋਲਾ ਨਹੀਂ ਬਣਦਾ। ਕਰਨੀ ਬਾਝੋਂ ਕਟੇ ਘਟ। ਉੱਚੇ ਆਚਰਨ ਤੋਂ ਬਿਨਾਂ ਮਨੁੱਖ ਦੀ ਸੂਝ ਬੂਝ ਵੀ ਨੀਵੀਂ ਹੀ ਰਹਿੰਦੀ ਹੈ। ਪਰਨਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੇ ਬੁਝੇ ਸੋਏ। ਨਾਨਕ ਬੇਨਤੀ ਕਰਦਾ ਹੈ, ਅਸਲ ਗਿਆਨਵਾਨ ਮਨੁੱਖ ਉਹ ਹੈ ਜੋ ਆਪਣੇ ਅਸਲੇ ਨੂੰ ਪਛਾਣਦਾ ਹੈ, ਜੋ ਉਸ ਪਰਮਾਤਮਾ ਨੂੰ ਹੀ ਅਕਲ ਦਾਤਾ ਸਮਝਦਾ ਹੈ। ਗੁਰ ਪ੍ਰਸਾਦ ਕਰੇ ਵਿਚਾਰ। ਜੋ ਗੁਰੂ ਦੀ ਮਿਹਰ ਨਾਲ ਆਪਣੀ ਚਤੁਰਾਈ ਛੱਡ ਕੇ ਅਕਲ ਦਾਤੇ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰਦਾ ਹੈ, ਸੋ ਗਿਆਨੀ ਦਰਗਹਿ ਪਰਵਾਨ। ਅਜਿਹਾ ਗਿਆਨਵਾਨ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੈ। ਸ੍ਰੀ ਰਾਗ ਮਹਿਲਾ ਪਹਿਲਾ ਘਰ ਚੌਥਾ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਹੇ ਪ੍ਰਭੂ, ਤੂੰ ਇੱਕ ਦਰਿਆ ਸਮਾਨ ਹੈ। ਮੈਂ ਤੇਰੇ ਵਿੱਚ ਰਹਿਣ ਵਾਲੀ ਇੱਕ ਨਿੱਕੀ ਜਿਹੀ ਮੱਛੀ ਹਾਂ। ਮੈਂ ਤੇਰਾ ਅਖੀਰਲਾ ਬੰਨਾ ਨਹੀਂ ਲੱਭ ਸਕਦੀ। ਮੇਰੀ ਹਾਲਤ ਤੂੰ ਹੀ ਜਾਣਦਾ ਹੈ, ਤੂੰ ਹੀ ਨਿਤ ਦੇਖਦਾ ਹੈ। ਜਹ ਜਹ ਦੇਖਾਂ ਤਹ ਤਹ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ। ਮੈਂ ਮੱਛੀ ਤੈਂ ਦਰਿਆ ਵਿੱਚ ਜਿੱਧਰ ਵੇਖਦੀ ਹਾਂ, ਉੱਧਰ ਉੱਧਰ ਤੂੰ ਦਰਿਆ ਹੀ ਦਰਿਆ ਹੈ। ਜੇ ਮੈਂ ਤੈਂ ਦਰਿਆ ਵਿੱਚੋਂ ਬਾਹਰ ਨਿਕਲ ਜਾਵਾਂ ਤਾਂ ਉਸੇ ਵੇਲੇ ਤੜਫ ਮਰਦੀ ਹਾਂ। ਮੇਰਾ ਜੀਵਨ ਤੇਰੇ ਹੀ ਆਸਰੇ ਹੈ। ਨਾ ਜਾਣਾ ਮਿਓ ਨਾ ਜਾਣਾ ਜਾਲੀ। ਹੇ ਦਰਿਆ ਪ੍ਰਭੂ, ਤੈਥੋਂ ਵਿਛੋੜਨ ਵਾਲੇ ਨਾ ਮੈਨੂੰ ਮਾਛੀ ਦੀ ਸਮਝ ਹੈ, ਨਾ ਹੀ ਉਸਦੇ ਜਾਲ ਦੀ। ਉਹਨਾਂ ਤੋਂ ਬਚਣਾ ਮੇਰੇ ਵੱਸ ਦੀ ਗੱਲ ਨਹੀਂ। ਜਾਂ ਦੁੱਖ ਲਾਗੇ ਤਾਂ ਤੁਝੇ ਸੰਭਾਲੀ। ਤੈਥੋਂ ਵਿਛੋੜਨ ਵਾਸਤੇ ਜਦੋਂ ਮੈਨੂੰ ਕੋਈ ਆਤਮਿਕ ਦੁੱਖ ਵਿਆਪਦਾ ਹੈ ਤਾਂ ਮੈਂ ਤੈਨੂੰ ਹੀ ਯਾਦ ਕਰਦੀ ਹਾਂ। ਰਹਾਉ ਤੂੰ ਭਰਪੂਰ ਜਾਣਿਆ ਮੈਂ ਦੂਰ। ਹੇ ਪ੍ਰਭੂ, ਤੂੰ ਇਸ ਜਗਤ ਵਿੱਚ ਹਰ ਥਾਂ ਮੌਜੂਦ ਹੈ। ਮੈਂ ਤੈਨੂੰ ਕਿਤੇ ਦੂਰ ਵਸਦਾ ਸਮਝਿਆ ਹੋਇਆ ਹੈ। ਜੋ ਕਿਛ ਕਰੀ ਸੋ ਤੇਰੇ ਹਦੂਰ। ਅਸਲ ਗੱਲ ਇਹ ਹੈ ਕਿ ਜੋ ਕੁਝ ਮੈਂ ਕਰਦਾ ਹਾਂ ਉਹ ਤੇਰੀ ਹਜ਼ੂਰੀ ਵਿੱਚ ਹੀ ਕਰ ਰਿਹਾ ਹਾਂ। ਤੂੰ ਦੇਖੈ ਹਉ ਮੁੱਕਰ ਪਾਓ। ਤੂੰ ਸਭ ਕੁਝ ਵੇਖਦਾ ਹੈ, ਫਿਰ ਵੀ ਮੈਂ ਆਪਣੇ ਕੀਤੇ ਕੰਮਾਂ ਤੋਂ ਮੁੱਕਰ ਜਾਂਦਾ ਹਾਂ। ਤੇਰੇ ਕੰਮ
ਨਾ ਤੇਰੇ ਨਾਏ। ਮੈਂ ਨਾ ਉਸ ਕੰਮ ਵਿੱਚ ਲੱਗਦਾ ਹਾਂ ਜੋ ਤੈਨੂੰ ਪ੍ਰਵਾਨ ਹੋਣ, ਨਾ ਹੀ ਮੈਂ ਤੇਰੇ ਨਾਮ ਵਿੱਚ ਜੁੜਦਾ ਹਾਂ। ਜੇਤਾ ਦੇ ਤੇਤਾ ਹੋ ਖਾਊ। ਹੇ ਪ੍ਰਭੂ, ਜੋ ਕੁਝ ਤੂੰ ਮੈਨੂੰ ਦਿੰਦਾ ਹੈ ਮੈਂ ਉਹੀ ਖਾਂਦਾ ਹਾਂ। ਬੀਆ ਦਰ ਨਹੀਂ ਕਹਿ ਦਰ ਜਾਊ। ਹੇ ਪ੍ਰਭੂ, ਤੈਥੋਂ ਬਿਨਾਂ ਕੋਈ ਹੋਰ ਦਰਵਾਜ਼ਾ ਨਹੀਂ ਹੈ ਜਿੱਥੇ ਮੈਂ ਜਾ ਸਕਦਾ ਹਾਂ ਸਵਾਲੀ ਬਣ ਕੇ। ਨਾਨਕ ਏਕ ਕਹੇ ਅਰਦਾਸ। ਨਾਨਕ ਸਿਰਫ ਇਹ ਬੇਨਤੀ ਕਰਦਾ ਹੈ ਕਿ ਜੀਓ ਪਿੰਡ ਸਭ ਤੇਰੇ ਪਾਸ। ਇਹ ਜਿੰਦ ਤੇਰੀ ਹੀ ਦਿੱਤੀ ਹੋਈ ਹੈ, ਇਹ ਸਰੀਰ ਤੇਰਾ ਹੀ ਦਿੱਤਾ ਹੋਇਆ ਹੈ, ਇਹ ਸਭ ਕੁਝ ਤੇਰੇ ਹੀ ਆਸਰੇ ਰਹਿ ਸਕਦਾ ਹੈ। ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਝ ਮਿਆਣੂ। ਪ੍ਰਭੂ ਆਪ ਹੀ ਹਰੇਕ ਜੀਵ ਦੇ ਨੇੜੇ ਹੈ, ਆਪ ਹੀ ਦੂਰ ਵੀ ਹੈ, ਆਪ ਹੀ ਸਾਰੇ ਜਗਤ ਵਿੱਚ ਮੌਜੂਦ ਹੈ। ਆਪੇ ਵੇਖੇ ਸੁਣੇ, ਆਪੇ ਹੀ ਕੁਦਰਤ ਕਰੇ ਜਹਾਨੂ। ਪ੍ਰਭੂ ਆਪ ਹੀ ਹਰੇਕ ਜੀਵ ਦੀ ਸੰਭਾਲ ਕਰਦਾ ਹੈ, ਆਪ ਹੀ ਹਰੇਕ ਦੀ ਅਰਜ਼ੋਈ ਸੁਣਦਾ ਹੈ, ਆਪ ਹੀ ਆਪਣੀ ਸੱਤਿਆ ਨਾਲ ਜਗਤ ਪੈਦਾ ਕਰਦਾ ਹੈ। ਜੋ ਤਿਸ ਭਾਵੇ ਨਾਨਕਾ ਹੁਕਮ ਸੋਈ ਪਰਵਾਨੋ। ਹੇ ਨਾਨਕ, ਜੋ ਹੁਕਮ ਉਸਨੂੰ ਚੰਗਾ ਲੱਗਦਾ ਹੈ ਉਹੀ ਹਰੇਕ ਜੀਵ ਨੂੰ ਕਬੂਲ ਕਰਨਾ ਪੈਂਦਾ ਹੈ। ਸ੍ਰੀ ਰਾਗ ਮਹਿਲਾ ਪਹਿਲਾ ਘਰ ਚੌਥਾ। ਕੀਤਾ ਕਹਾਂ ਕਰੇ ਮਨ ਮਾਨ, ਦੇਵਨ ਹਾਰੇ ਕੇ ਹੱਥ ਦਾਨ। ਦੁਨੀਆ ਦੇ ਪਦਾਰਥਾਂ ਦੀ ਵੰਡ ਦੀ ਤਾਕਤ ਦਤਾਰ ਪ੍ਰਭੂ ਦੇ ਆਪਣੇ ਹੱਥ ਵਿੱਚ ਹੈ। ਪ੍ਰਭੂ ਦਾ ਪੈਦਾ ਕੀਤਾ ਹੋਇਆ ਜੀਵ ਆਪਣੇ ਮਨ ਵਿੱਚ ਮਾਇਆ ਦਾ ਕੀ ਮਾਨ ਕਰ ਸਕਦਾ ਹੈ। ਭਾਵੇ ਦੇ ਨਾ ਦੇਈ ਸੋਏ। ਉਸਦੀ ਮਰਜ਼ੀ ਹੈ ਕਿ ਧਨ ਪਦਾਰਥ ਦੇਵੇ ਜਾਂ ਨਾ ਦੇਵੇ। ਕੀਤੇ ਕੇ ਕਹੀਏ ਕਿਆ ਹੋਏ। ਪੈਦਾ ਕੀਤੇ ਜੀਵ ਦੇ ਆਖਿਆਂ ਕੁਝ ਨਹੀਂ ਬਣ ਸਕਦਾ। ਆਪੇ ਸੱਚ ਭਾਵੇ ਤਿਸ ਸੱਚ। ਪਰਮਾਤਮਾ ਆਪ ਸਦਾ ਸਥਿਰ ਰਹਿਣ ਵਾਲਾ ਹੈ। ਉਸਨੂੰ ਸਦਾ ਸਥਿਰ ਰਹਿਣ ਵਾਲਾ ਆਪਣਾ ਨਾਮ ਹੀ ਪਸੰਦ ਆਉਂਦਾ ਹੈ। ਅੰਧਾ ਕੱਚਾ ਕੱਚ ਨਿਕੱਚ। ਪਰ ਗਿਆਨਹੀਨ ਜੀਵ ਮਾਇਆ ਦੀ ਮਲਕੀਅਤ ਦੇ ਕਾਰਨ ਹੋਛਾ ਹੈ, ਸਦਾ ਹੋਛਾ ਹੀ ਟਿਕਿਆ ਰਹਿੰਦਾ ਹੈ। ਪ੍ਰਭੂ ਨੂੰ ਇਹ ਹੋਛਾਪਨ ਪਸੰਦ ਨਹੀਂ ਆਉਂਦਾ। ਰਹਾਉ ਜਾ ਕੇ ਰੁੱਖ ਬਿਰਖ ਅਰਾਉ। ਜਿਸ ਪਰਮਾਤਮਾ ਦੇ ਪੈਦਾ ਕੀਤੇ ਹੋਏ ਰੁੱਖ ਬਿਰਖ ਹਨ, ਉਹੀ ਇਹਨਾਂ ਨੂੰ ਸਜਾਵਟ ਦਿੰਦਾ ਹੈ। ਜਿਹੀ ਧਾਤ ਤਿਹਾ ਤਿਨ ਨਾਊ। ਜਿਹੋ ਜਿਹਾ ਰੁੱਖਾਂ ਦਾ ਅਸਲਾ ਹੈ, ਤਿਹੋ ਜਿਹਾ ਉਹਨਾਂ ਦਾ ਨਾਮ ਪੈ ਜਾਂਦਾ ਹੈ। ਉਹੋ ਜਿਹੇ ਉਹਨਾਂ ਨੂੰ ਫਲ ਫੁੱਲ ਪੈਂਦੇ ਹਨ। ਫੁੱਲ ਭਾਉ ਫਲ ਲਿਖਿਆ ਪਾਏ। ਇਸੇ ਤਰ੍ਹਾਂ ਜਿਹੋ ਜਿਹੀ ਭਾਵਨਾ ਦਾ ਫੁੱਲ ਕਿਸੇ ਮਨੁੱਖ ਦੇ ਅੰਦਰ ਹੈ, ਉਸੇ ਅਨੁਸਾਰ ਉਸਨੂੰ ਜੀਵਨ ਫਲ ਲੱਗਦਾ ਹੈ, ਉਸਦਾ ਜੀਵਨ ਬਣਦਾ ਹੈ। ਆਪ ਬੀਜ ਆਪੇ ਹੀ ਖਾਏ। ਹਰੇਕ ਮਨੁੱਖ ਜੋ ਕੁਝ ਆਪ ਹੀ ਬੀਜਦਾ ਹੈ, ਆਪ ਹੀ ਖਾਂਦਾ ਹੈ। ਜਿਹੋ ਜਿਹੇ ਕਰਮ ਕਰਦਾ ਹੈ, ਵੈਸਾ ਹੀ ਉਸਦਾ ਜੀਵਨ ਉਸਰਦਾ ਹੈ। ਕੱਚੀ ਕੰਧ ਕੱਚਾ ਵਿੱਚ ਰਾਜ। ਜਿਸ ਮਨੁੱਖ ਦੇ ਅੰਦਰ ਅਣਜਾਣ ਮਨ ਜੀਵਨ ਉਸਾਰੀ ਕਰਨ ਵਾਲਾ ਰਾਜ ਕਾਰੀਗਰ ਹੈ, ਉਸ ਦੀ ਜੀਵਨ ਉਸਾਰੀ ਦੀ ਕੰਧ ਵੀ ਕੱਚੀ ਕਮਜ਼ੋਰ ਹੀ ਬਣਦੀ ਹੈ।
ਮਤ ਅਲੂਣੀ ਫਿੱਕਾ ਸਾਧ। ਉਸ ਦੀ ਅਕਲ ਵੀ ਫਿੱਕੀ ਤੇ ਉਸ ਦਾ ਸਾਰਾ ਜੀਵਨ ਵੀ ਫਿੱਕਾ ਬੇਰਸਾ ਹੀ ਰਹਿੰਦਾ ਹੈ। ਨਾਨਕ ਆਣੇ ਆਵੇ ਰਾਸ, ਪਰ ਜੀਵ ਦੇ ਕੀ ਵਸ। ਹੈ ਨਾਨਕ, ਜੇ ਪ੍ਰਭੂ ਆਪ ਹੀ ਜੀਵ ਦੇ ਜੀਵਨ ਨੂੰ ਸੁਧਾਰੇ ਤਾਂ ਹੀ ਸੁਧਰਦਾ ਹੈ। ਬਿਨ ਨਾਵੇਂ ਨਾਹੀ ਸਾਬਾਸ, ਨਹੀਂ ਤਾਂ ਪ੍ਰਭੂ ਦੇ ਨਾਮ ਤੋਂ ਵਾਂਝੇ ਰਹਿ ਕੇ ਉਸ ਦੀ ਹਜ਼ੂਰੀ ਵਿੱਚ ਆਦਰ ਨਹੀਂ ਮਿਲਦਾ। ਸ੍ਰੀ ਰਾਗ ਮਹਿਲਾ ਪਹਿਲਾ। ਘਰ ਪੰਜਵਾਂ। ਅਛਲ ਛਲਾਈ ਨਹਿ ਛਲੇ, ਨਹਿ ਕਾਉ ਕਟਾਰਾ ਕਰ ਸਕੇ। ਜਿਸ ਨੂੰ ਕੋਈ ਛਲਣ ਦਾ ਯਤਨ ਕਰੇ ਤਾਂ ਛਲੀ ਨਹੀਂ ਜਾਂਦੀ। ਜਿਸ ਨੂੰ ਕਿਸੇ ਦੀ ਕਟਾਰ ਕੋਈ ਜ਼ਖਮ ਨਹੀਂ ਕਰ ਸਕਦੀ। ਜਿਸ ਨੂੰ ਕੋਈ ਮਾਰ ਮੁਕਾ ਨਹੀਂ ਸਕਦਾ। ਜਿਉਂ ਸਾਹਿਬ ਰੱਖੇ ਤਿਉ ਰਹੇ, ਇਸ ਲੋਭੀ ਕਾ ਜੀਓ ਟਲ ਪਲੇ। ਮਾਇਆ ਦੇ ਅੱਗੇ ਲੋਭੀ ਜੀਵ ਦਾ ਮਨ ਡੋਲ ਜਾਂਦਾ ਹੈ। ਮਾਲਕ ਪ੍ਰਭੂ ਦੀ ਰਜ਼ਾ ਇਸੇ ਤਰ੍ਹਾਂ ਦੀ ਹੈ। ਭਾਵ ਜਗਤ ਵਿੱਚ ਨਿਯਮ ਹੀ ਇਹ ਹੈ ਕਿ ਜਿੱਥੇ ਨਾਮ ਨਹੀਂ ਉੱਥੇ ਮਨ ਮਾਇਆ ਅੱਗੇ ਡੋਲ ਜਾਂਦਾ ਹੈ। ਬਿਨ ਤੇਲ ਦੀਵਾ ਕਿਉਂ ਜਲੇ। ਸਿਮਰਨ ਦੇ ਤੇਲ ਤੋਂ ਬਿਨਾਂ ਆਤਮਿਕ ਜੀਵਨ ਦਾ ਦੀਵਾ ਕਿਵੇਂ ਟਹਿਕਦਾ ਰਹਿ ਸਕੇ। ਮਾਇਆ ਮੋਹ ਦੀ ਹਨੇਰੀ ਦੇ ਝੋਂਕੇ ਜਿੰਦ ਨੂੰ ਅਡੋਲ ਨਹੀਂ ਰਹਿਣ ਦਿੰਦੇ। ਰਹਾਉ ਪੋਥੀ ਪੁਰਾਨ ਕਮਾਈਏ, ਧਰਮ ਪੁਸਤਕਾਂ ਅਨੁਸਾਰ ਜੀਵਨ ਬਣਾਈਏ। ਇਹ ਹੋਵੇ ਤੇਲ ਭਾਉ ਵੱਟੀ ਇਤ ਤਨ ਪਾਈਏ। ਪਰਮਾਤਮਾ ਦਾ ਡਰ ਇਹ ਸਰੀਰ ਦੀਵੇ ਵਿੱਚ ਵੱਟੀ ਪਾ ਦੇਈਏ। ਸੱਚ ਬੂਝਣ ਆਨ ਜਲਾਈਏ। ਪਰਮਾਤਮਾ ਨਾਲ ਡੂੰਗੀ ਸਾਂਝ ਇਹ ਅੱਗ ਲਿਆ ਕੇ ਬਾਲੀਏ। ਇਹ ਤੇਲ ਦੀਵਾ ਇਉਂ ਜਲੇ। ਇਹ ਨਾਮ ਤੇਲ ਹੋਵੇ ਤਾਈਏ ਇਹ ਜੀਵਨ ਦਾ ਦੀਵਾ ਟਹਿਕਦਾ ਹੈ। ਕਰ ਚਾਨਣ ਸਾਹਿਬ ਤਉ ਮਿਲੇ। ਹੇ ਭਾਈ, ਪ੍ਰਭੂ ਦੇ ਨਾਮ ਦਾ ਚਾਨਣ ਕਰ, ਤਦੋਂ ਹੀ ਮਾਲਕ ਪ੍ਰਭੂ ਦਾ ਦਰਸ਼ਨ ਹੋਵੇਗਾ। ਰਹਾਉ ਇਹ ਤਨ ਲਾਗੈ ਬਾਣੀਆਂ। ਜਿਸ ਮਨੁੱਖ ਨੂੰ ਇਸ ਸਰੀਰ ਵਿੱਚ ਗੁਰੂ ਦਾ ਉਪਦੇਸ਼ ਅਸਰ ਕਰਦਾ ਹੈ, ਸੁਖ ਹੋਵੇ ਸੇਵਕ ਮਾਣੀਆਂ। ਪ੍ਰਭੂ ਦੀ ਸੇਵਾ ਕਰਨ ਨਾਲ, ਸਿਮਰਨ ਕਰਨ ਨਾਲ ਉਸ ਨੂੰ ਆਤਮਿਕ ਆਨੰਦ ਮਿਲਦਾ ਹੈ। ਸਭ ਦੁਨੀਆ ਆਵਣ ਜਾਣੀਆਂ। ਜਗਤ ਉਸ ਨੂੰ ਨਾਸ਼ਵੰਤ ਦਿਸਦਾ ਹੈ। ਵਿੱਚ ਦੁਨੀਆ ਸੇਵ ਕਮਾਈਏ। ਹੇ ਭਾਈ, ਦੁਨੀਆ ਵਿੱਚ ਆ ਕੇ ਪ੍ਰਭੂ ਦੀ ਸੇਵਾ ਭਗਤੀ ਕਰਨੀ ਚਾਹੀਦੀ ਹੈ। ਤਾਂ ਦਰਗਹਿ ਬੈਸਣ ਪਾਈਏ। ਤਦੋਂ ਹੀ ਉਸ ਦੀ ਹਜ਼ੂਰੀ ਵਿੱਚ ਬੈਠਣ ਨੂੰ ਥਾਂ ਮਿਲਦਾ ਹੈ। ਕਹੋ ਨਾਨਕ ਬਾਹਾਂ ਲੁਡਾਈਏ। ਤਦੋਂ ਹੀ ਉਸ ਦੀ ਹਜ਼ੂਰੀ ਵਿੱਚ ਬੈਠਣ ਨੂੰ ਥਾਂ ਮਿਲਦੀ ਹੈ। ਹੇ ਨਾਨਕ, ਆਖ ਸਿਮਰਨ ਦੀ ਬਰਕਤ ਨਾਲ ਬੇਫਿਕਰ ਹੋ ਜਾਈਦਾ ਹੈ। ਕੋਈ ਚਿੰਤਾ ਸੋਗ ਨਹੀਂ ਵਿਆਪਦਾ। ਸ੍ਰੀ ਰਾਗ ਮਹਿਲਾ ਤੀਜਾ। ਘਰ ਪਹਿਲਾ। ਇਕ ਓਂਕਾਰ ਸਤਿਗੁਰ ਪ੍ਰਸਾਦਿ। ਹਉ ਸਤਿਗੁਰ ਸੇਵੀ ਆਪਣਾ, ਇਕ ਮਨ ਇਕ ਚਿਤ ਭਾਏ। ਮੈਂ ਇਕਾਗਰ ਮਨ ਹੋ ਕੇ, ਇਕਾਗਰ ਚਿਤ ਹੋ ਕੇ ਪ੍ਰੇਮ ਨਾਲ ਆਪਣੇ ਸਤਿਗੁਰੂ ਦੀ ਸ਼ਰਨ ਲੈਂਦਾ ਹਾਂ। ਸਤਿਗੁਰ ਮਨ ਕਾਮਨਾ ਤੀਰਥ ਹੈ, ਜਿਸ ਨੂੰ ਦੇ ਬੁਝਾਏ।
ਸਤਿਗੁਰੂ ਮਨ ਦੀਆਂ ਇੱਛਾ ਪੂਰੀਆਂ ਕਰਨ ਵਾਲਾ ਤੀਰਥ ਹੈ, ਪਰ ਇਹ ਸਮਝ ਉਸ ਮਨੁੱਖ ਨੂੰ ਆਉਂਦੀ ਹੈ ਜਿਸ ਨੂੰ ਗੁਰੂ ਆਪ ਸਮਝਾਏ। ਮਨ ਚਿੰਦਿਆ ਵਰ ਪਾਵਣਾ, ਜੋ ਇੱਛੈ ਸੋ ਫਲ ਪਾਏ। ਗੁਰੂ ਪਾਸੋਂ ਮਨ ਇੱਛਿਤ ਮੰਗ ਮਿਲ ਜਾਂਦੀ ਹੈ। ਮਨੁੱਖ ਜੋ ਇੱਛਾ ਧਾਰਦਾ ਹੈ ਉਹੀ ਫਲ ਹਾਸਲ ਕਰ ਲੈਂਦਾ ਹੈ। ਨਾਉ ਧਿਆਈਐ ਨਾਉ ਮੰਗੀਐ, ਨਾਮੈ ਸਹਿਜ ਸਮਾਏ। ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ ਤੇ ਗੁਰੂ ਪਾਸੋਂ ਨਾਮ ਹੀ ਮੰਗਣਾ ਚਾਹੀਦਾ ਹੈ। ਨਾਮ ਵਿੱਚ ਜੁੜਿਆ ਮਨੁੱਖ ਆਤਮਿਕ ਅਡੋਲਤਾ ਵਿੱਚ ਟਿਕ ਜਾਂਦਾ ਹੈ। ਮਨ ਮੇਰੇ ਹਰ ਰਸ ਚਾਖ ਤਿਖ ਜਾਏ। ਹੀ ਮੇਰੇ ਮਨ, ਪਰਮਾਤਮਾ ਦੇ ਨਾਮ ਦਾ ਸਵਾਦ ਚੱਖ, ਤੇਰੀ ਮਾਇਆ ਵਾਲੀ ਤ੍ਰਿਸ਼ਨਾ ਦੂਰ ਹੋ ਜਾਏਗੀ। ਜਿਨੀ ਗੁਰਮੁਖ ਚਾਖਿਆ, ਸਹਿਜੇ ਰਹੇ ਸਮਾਏ। ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸ਼ਰਨ ਪੈ ਕੇ ਹਰ ਰਸ ਚਖਿਆ, ਉਹ ਆਤਮਿਕ ਅਡੋਲਤਾ ਵਿੱਚ ਟਿਕੇ ਰਹਿੰਦੇ ਹਨ। ਰਹਾਉ ਜਿਨੀ ਸਤਿਗੁਰ ਸੇਵਿਆ, ਤਿਨੀ ਪਾਇਆ ਨਾਮ ਨਿਧਾਨ। ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦੀ ਸ਼ਰਨ ਲਈ ਹੈ, ਉਹਨਾਂ ਨੇ ਸਭ ਪਦਾਰਥਾਂ ਦਾ ਖਜ਼ਾਨਾ ਪ੍ਰਭੂ ਨਾਮ ਪ੍ਰਾਪਤ ਕਰ ਲਿਆ ਹੈ। ਅੰਤਰ ਹਰ ਰਸ ਰਵ ਰਹਿਆ, ਚੂਕਾ ਮਨ ਅਭਿਮਾਨ। ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਰਸ ਰਚ ਗਿਆ ਹੈ। ਉਹਨਾਂ ਦੇ ਮਨ ਵਿੱਚੋਂ ਹੰਕਾਰ ਦੂਰ ਹੋ ਗਿਆ ਹੈ। ਹਿਰਦੇ ਕਮਲ ਪਰ ਗਾਸਿਆ, ਲਾਗਾ ਸਹਿਜ ਧਿਆਨ। ਉਹਨਾਂ ਦੇ ਹਿਰਦੇ ਦਾ ਕੌਲ ਫੁੱਲ ਖਿੜ ਪਿਆ ਹੈ। ਉਹਨਾਂ ਦੀ ਸੁਰਤ ਆਤਮਿਕ ਅਡੋਲਤਾ ਵਿੱਚ ਲੱਗ ਗਈ ਹੈ। ਮਨ ਨਿਰਮਲ ਹਰ ਰਬ ਰਹਿਆ, ਪਾਇਆ ਦਰਗਹਿ ਮਾਨ। ਉਹਨਾਂ ਦਾ ਪਵਿੱਤਰ ਹੋ ਚੁੱਕਾ ਮਨ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਹੈ। ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਮਿਲਦਾ ਹੈ। ਸਤਿਗੁਰ ਸੇਵਨ ਆਪਣਾ, ਤੇ ਵਿਰਲੇ ਸੰਸਾਰ। ਪਰ ਜਗਤ ਵਿੱਚ ਉਹ ਬੰਦੇ ਵਿਰਲੇ ਹਨ ਜਿਹੜੇ ਪਿਆਰੇ ਸਤਿਗੁਰੂ ਦੀ ਸ਼ਰਨ ਲੈਂਦੇ ਹਨ। ਹਉਮੈ ਮਮਤਾ ਮਾਰ ਕੇ, ਹਰ ਰਾਖਿਆ ਉਰ ਧਾਰੋ। ਜਿਹੜੇ ਹਉਮੈ ਨੂੰ ਤੇ ਮਲਕੀਅਤ ਦੀ ਲਾਲਸਾ ਨੂੰ ਮਾਰ ਕੇ ਆਪਣੇ ਹਿਰਦੇ ਵਿੱਚ ਪਰਮਾਤਮਾ ਨੂੰ ਟਿਕਾਉਂਦੇ ਹਨ। ਹਉ ਤਿਨਕੇ ਬਲਹਾਰਣੇ, ਜਿਨ੍ਹਾਂ ਨਾਮੇ ਲੱਗਾ ਪਿਆਰ। ਮੈਂ ਉਹਨਾਂ ਬੰਦਿਆਂ ਤੋਂ ਸਦਕੇ ਹਾਂ ਜਿਨ੍ਹਾਂ ਦਾ ਪਰਮਾਤਮਾ ਦੇ ਨਾਮ ਵਿੱਚ ਹੀ ਪ੍ਰੇਮ ਬਣਿਆ ਰਹਿੰਦਾ ਹੈ। ਸਈ ਸੁਖੀਏ ਚਹੁ ਜੁਗੀ, ਜਿਨ੍ਹਾਂ ਨਾਮ ਅਖੁੱਟ ਅਪਾਰ। ਉਹੀ ਬੰਦੇ ਸਦਾ ਸੁਖੀ ਰਹਿੰਦੇ ਹਨ ਜਿਨ੍ਹਾਂ ਦੇ ਪਾਸ ਕਦੇ ਨਾ ਮੁੱਕਣ ਵਾਲਾ ਬੇਅੰਤ ਨਾਮ ਦਾ ਖਜ਼ਾਨਾ ਹੈ। ਗੁਰ ਮਿਲੀਏ ਨਾਮ ਪਾਈਏ, ਚੂਕੇ ਮੋਹ ਪਿਆਸ। ਜੇ ਗੁਰੂ ਮਿਲ ਪਵੇ ਤਾਂ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ। ਨਾਮ ਦੀ ਬਰਕਤ ਨਾਲ ਮਾਇਆ ਦਾ ਮੋਹ ਦੂਰ ਹੋ ਜਾਂਦਾ ਹੈ। ਮਾਇਆ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ। ਹਰ ਸੇਤੀ ਮਨ ਰਵ ਰਹਿਆ, ਕਰ ਹੀ ਮਹੇ ਉਦਾਸ। ਮਨੁੱਖ ਦਾ ਮਨ ਪਰਮਾਤਮਾ ਦੀ ਯਾਦ ਨਾਲ ਇਕਮਿਕ ਹੋਇਆ ਰਹਿੰਦਾ ਹੈ। ਦੁਨੀਆ ਦੀ ਕਿਰਤਕਾਰ ਕਰਦਾ ਹੋਇਆ ਹੀ ਮਾਇਆ ਵੱਲੋਂ ਉਪਰਾਮ ਰਹਿੰਦਾ ਹੈ। ਜਿਨ੍ਹਾਂ ਹਰ ਕਾ ਸਾਧ ਆਇਆ, ਹਉ ਤਿਨ ਬਲ ਹਾਰੇ ਜਾਸ। ਮੈਂ ਉਹਨਾਂ ਬੰਦਿਆਂ ਤੋਂ ਵਾਰ ਨਹੀਂ ਜਾਂਦਾ ਹਾਂ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦਾ ਸਵਾਦ ਆ ਗਿਆ ਹੈ। ਨਾਨਕ ਨਦਰੀ ਪਾਈਏ, ਸੱਚ ਨਾਮ ਗੁਣ ਤਾਸ। ਹੇ ਨਾਨਕ,
ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਪਰਮਾਤਮਾ ਦਾ ਸਦਾ ਸਥਿਰ ਰਹਿਣ ਵਾਲਾ ਤੇ ਸਾਰੇ ਗੁਣਾਂ ਦਾ ਖਜ਼ਾਨਾ ਨਾਮ ਪ੍ਰਾਪਤ ਹੁੰਦਾ ਹੈ। ਸ੍ਰੀ ਰਾਗ ਮਹਿਲਾ ਤੀਜਾ। ਬਹੁ ਭੇਖ ਕਰ ਪਰਮਾਈਐ, ਮਨ ਹਿਰਦੇ ਕਪਟ ਕਮਾਏ। ਬਹੁਤੇ ਧਾਰਮਿਕ ਪਹਿਰਾਵੇ ਪਹਿਨ ਕੇ ਦੂਜਿਆਂ ਨੂੰ ਠੱਗਣ ਲਈ ਆਪਣੇ ਮਨ ਵਿੱਚ ਹਿਰਦੇ ਵਿੱਚ ਖੋਟ ਕਮਾ ਕੇ ਆਪ ਹੀ ਭਟਕਣਾ ਵਿੱਚ ਪੈ ਜਾਈਦਾ ਹੈ। ਹਰ ਕਾ ਮੈਲ ਨ ਪਾਵਈ, ਮਰ ਵਿਸਟਾ ਮਹੇ ਸਮਾਏ। ਜਿਹੜਾ ਮਨੁੱਖ ਇਹ ਵਿਖਾਵਾ ਠੱਗੀ ਕਰਦਾ ਹੈ ਉਹ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦਾ। ਉਹ ਸਗੋਂ ਆਤਮਿਕ ਮੌਤ ਸਹੇੜ ਕੇ ਠੱਗੀ ਆਦਿਕ ਵਿਕਾਰਾਂ ਦੇ ਗੰਧ ਵਿੱਚ ਫਸਿਆ ਰਹਿੰਦਾ ਹੈ। ਮਨ ਰੇ ਗ੍ਰਹਿ ਹੀ ਮਹੇ ਉਦਾਸ। ਹੀ ਮੇਰੇ ਮਨ, ਗ੍ਰਸਤ ਵਿੱਚ ਰਹਿੰਦਾ ਹੋਇਆ ਹੀ ਮਾਇਆ ਦੇ ਮੋਹ ਵੱਲੋਂ ਨਿਰਲੇਪ ਰਹੋ। ਸੱਚ ਸੰਜਮ ਕਰਨੀ ਸੋ ਕਰੈ, ਗੁਰਮੁਖ ਹੋਏ ਪਰਗਾਸ। ਪਰ ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਦੀ ਸ਼ਰਨ ਪੈ ਕੇ ਸੂਝ ਪੈਦਾ ਹੁੰਦੀ ਹੈ, ਉਹ ਮਨੁੱਖ ਹੀ ਸਦਾ ਸਥਿਰ ਪ੍ਰਭੂ ਨਾਮ ਸਿਮਰਨ ਦੀ ਕਮਾਈ ਕਰਦਾ ਹੈ ਤੇ ਵਿਕਾਰਾਂ ਵੱਲੋਂ ਸੰਕੋਚ ਕਰਦਾ ਹੈ। ਇਸ ਵਾਸਤੇ ਹੇ ਮਨ, ਗੁਰੂ ਦੀ ਸ਼ਰਨ ਪੈ ਕੇ ਇਹ ਕਰਨਯੋਗ ਕੰਮ ਕਰਨ ਦੀ ਜਾਚ ਸਿੱਖ। ਰਹਾਉ। ਗੁਰ ਕੈ ਸ਼ਬਦ ਮਨ ਜੀਤਿਆ, ਗਤ ਮੁਕਤ ਘਰੇ ਮੈਂ ਪਾਏ। ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਪਣੇ ਮਨ ਨੂੰ ਵਸ ਵਿੱਚ ਕਰ ਲਿਆ ਹੈ, ਉਹ ਗ੍ਰਸਤ ਵਿੱਚ ਰਹਿੰਦਾ ਹੀ ਉੱਚੀ ਆਤਮਿਕ ਅਵਸਥਾ ਹਾਸਲ ਕਰ ਲੈਂਦਾ ਹੈ, ਵਿਕਾਰਾਂ ਤੋਂ ਖਲਾਸੀ ਪਾ ਲੈਂਦਾ ਹੈ। ਹਰ ਕਾ ਨਾਮ ਧਿਆਈਏ, ਸਤ ਸੰਗਤ ਮੇਲ ਮਿਲਾਏ। ਇਸ ਵਾਸਤੇ ਹੀ ਮਨ, ਸਾਧ ਸੰਗਤ ਦੇ ਇਕੱਠ ਵਿੱਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ। ਜੇ ਲੱਖ ਇਸਤਰੀਆਂ ਭੋਗ ਕਰੈ, ਨਵਖੰਡ ਰਾਜ ਕਮਾਏ। ਹੇ ਭਾਈ, ਜੇ ਤੂੰ ਕਾਮ ਵਾਸਨਾ ਪੂਰੀ ਕਰਨ ਲਈ ਲੱਖਾਂ ਇਸਤਰੀਆਂ ਵੀ ਭੋਗ ਲਈ, ਜੇ ਤੂੰ ਸਾਰੀ ਧਰਤੀ ਦਾ ਰਾਜ ਵੀ ਕਰ ਲਈ, ਬਿਨ ਸਤਿਗੁਰ ਸੁਖ ਨਾ ਪਾਵਹੀ, ਫਿਰ ਜੋਨੀ ਪਾਹੇ। ਤਾਂ ਵੀ ਸਤਿਗੁਰੂ ਦੀ ਸ਼ਰਨ ਤੋਂ ਬਿਨਾਂ ਆਤਮਿਕ ਸੁਖ ਨਹੀਂ ਲੱਭ ਸਕੇਗਾ, ਸਗੋਂ ਮੁੜ ਮੁੜ ਜੂਨਾਂ ਵਿੱਚ ਪਿਆ ਰਹੇਗਾ। ਹਰ ਹਾਰ ਕੰਠ ਜਿਨੀ ਪਹਿਰਿਆ, ਗੁਰ ਚਰਨੀ ਚਿਤ ਲਾਏ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਚਰਨਾਂ ਵਿੱਚ ਚਿੱਤ ਜੋੜ ਕੇ ਪਰਮਾਤਮਾ ਦੇ ਨਾਮ ਸਿਮਰਨ ਦਾ ਹਾਰ ਆਪਣੇ ਗਲ ਵਿੱਚ ਪਹਿਨ ਲਿਆ ਹੈ, ਤਿੰਨਾਂ ਪਿੱਛੇ ਰਿੱਧ ਸਿੱਧ ਫਿਰੇ, ਉਹਨਾਂ ਤਿਲ ਨਾ ਤਮਾਏ। ਕਰਮਾਤੀ ਤਾਕਤਾਂ ਉਹਨਾਂ ਦੇ ਪਿੱਛੇ ਤੁਰੀਆਂ ਫਿਰਦੀਆਂ ਹਨ, ਪਰ ਉਹਨਾਂ ਨੂੰ ਉਸ ਦਾ ਰਤਾ ਭਰ ਵੀ ਲਾਲਚ ਨਹੀਂ ਹੁੰਦਾ। ਜੋ ਪ੍ਰਭ ਭਾਵੇ ਸੋ ਥੀਏ, ਅਵਰ ਨਾ ਕਰਨਾ ਜਾਏ। ਪਰ ਅਸਾਂ ਜੀਵਾਂ ਦੇ ਕੀ ਵਸ ਹੈ। ਹੇ ਪ੍ਰਭੂ, ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ। ਤੇਰੀ ਮਰਜ਼ੀ ਤੋਂ ਲਾਂਭੇ ਹੋਰ ਕੁਝ ਕੀਤਾ ਨਹੀਂ ਜਾ ਸਕਦਾ। ਜਨ ਨਾਨਕ ਜੀਵੇ ਨਾਮ ਲੈ, ਹਰ ਦੇਵੋ ਸਹਿਜ ਸੁਭਾਏ। ਹੇ ਹਰੀ, ਮੈਨੂੰ ਆਪਣਾ ਨਾਮ ਬਖਸ਼, ਤਾਂ ਕਿ ਆਤਮਿਕ ਅਡੋਲਤਾ ਵਿੱਚ ਟਿਕ ਕੇ ਤੇਰੇ ਪ੍ਰੇਮ ਵਿੱਚ ਜੁੜ ਕੇ ਤੇਰਾ ਦਾਸ ਨਾਨਕ ਤੇਰਾ ਨਾਮ ਸਿਮਰ ਕੇ ਆਤਮਿਕ ਜੀਵਨ ਪ੍ਰਾਪਤ ਕਰ ਸਕੇ। ਸ੍ਰੀ ਰਾਗ ਮਹਿਲਾ ਤੀਜਾ। ਘਰ ਪਹਿਲਾ। ਜਿਸ ਹੀ ਕੀ ਸਿਰਕਾਰ ਹੈ, ਤਿਸ ਹੀ ਕਾ ਸਭ ਕੋਏ। ਜਿਸ ਦੇਸ਼ ਵਿੱਚ ਜਿਸ ਬਾਦਸ਼ਾਹ ਦੀ ਹਕੂਮਤ ਹੋਵੇ, ਉਸ ਦੇਸ਼ ਦਾ ਹਰੇਕ ਜੀਵ ਉਸੇ ਬਾਦਸ਼ਾਹ ਦਾ ਹੋ ਕੇ ਰਹਿੰਦਾ ਹੈ। ਗੁਰਮੁਖ ਕਾਰ ਕਮਾਵਣੀ, ਸੱਚ ਘਟ ਪ੍ਰਗਟ ਹੋਏ।
ਇਸੇ ਤਰ੍ਹਾਂ ਜੇ ਗੁਰੂ ਦੇ ਸਨਮੁਖ ਹੋ ਕੇ ਕਾਰ ਕੀਤੀ ਜਾਵੇ ਤਾਂ ਸਦਾ ਸਥਿਰ ਰਹਿਣ ਵਾਲਾ ਪ੍ਰਭੂ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ। ਅੰਤਰ ਜਿਸ ਕੇ ਸੱਚ ਵਸੈ, ਸੱਚੇ ਸੱਚੀ ਸੋਏ। ਤੇ ਗੁਰੂ ਦੇ ਸਨਮੁਖ ਹੋ ਕੇ ਜਿਸ ਮਨੁੱਖ ਦੇ ਹਿਰਦੇ ਵਿੱਚ ਸਦਾ ਸਥਿਰ ਪ੍ਰਭੂ ਪ੍ਰਗਟ ਹੋ ਜਾਏ, ਉਹ ਸਦਾ ਸਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਤੇ ਉਹ ਸਦਾ ਸਥਿਰ ਸੋਭਾ ਪਾਉਂਦਾ ਹੈ। ਸੱਚ ਮਿਲੇ ਸੇ ਨਾ ਵਿਛੜੇ, ਤਿਨ ਨਿਜ ਕਰ ਵਾਸਾ ਹੋਏ। ਜਿਹੜੇ ਬੰਦੇ ਸਦਾ ਸਥਿਰ ਪ੍ਰਭੂ ਵਿੱਚ ਜੁੜੇ ਰਹਿੰਦੇ ਹਨ, ਉਹ ਉਸ ਤੋਂ ਮੁੜ ਕਦੇ ਵਿਛੜਦੇ ਨਹੀਂ। ਉਹਨਾਂ ਦਾ ਨਿਵਾਸ ਸਦਾ ਆਪਣੇ ਅੰਤਰ ਆਤਮੇ ਵਿੱਚ ਰਹਿੰਦਾ ਹੈ। ਮੇਰੇ ਰਾਮ ਮੈਂ ਹਰ ਬਿਨ ਅਵਰ ਨਾ ਕੋਏ। ਹੇ ਮੇਰੇ ਰਾਮ, ਪ੍ਰਭੂ ਤੋਂ ਬਿਨਾਂ ਮੇਰਾ ਹੋਰ ਕੋਈ ਆਸਰਾ ਨਹੀਂ ਹੈ। ਸਤਿਗੁਰ ਸੱਚ ਪ੍ਰਭ ਨਿਰਮਲਾ, ਸ਼ਬਦ ਮਿਲਾਵਾ ਹੋਏ। ਹੇ ਭਾਈ, ਉਸ ਪ੍ਰਭੂ ਦੇ ਨਾਲ ਮਿਲਾਪ ਉਸ ਗੁਰੂ ਦੇ ਸ਼ਬਦ ਵਿੱਚ ਜੁੜਿਆ ਹੀ ਹੋ ਸਕਦਾ ਹੈ, ਜੋ ਪਵਿੱਤਰ ਸਰੂਪ ਹੈ ਤੇ ਜੋ ਸਦਾ ਸਥਿਰ ਪ੍ਰਭੂ ਦਾ ਰੂਪ ਹੈ। ਰਹਾਉ ਸ਼ਬਦ ਮਿਲੇ ਸੋ ਮਿਲ ਰਹੇ, ਜਿਸ ਨੂੰ ਆਪੇ ਲਏ ਮਿਲਾਏ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜਦਾ ਹੈ, ਉਹ ਪ੍ਰਭੂ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ। ਪਰ ਉਹੀ ਮਨੁੱਖ ਮਿਲਦਾ ਹੈ ਜਿਸ ਨੂੰ ਪਰਮਾਤਮਾ ਆਪ ਹੀ ਆਪਣੇ ਚਰਨਾਂ ਵਿੱਚ ਮਿਲਾਂਦਾ ਹੈ। ਦੂਜੇ ਭਾਏ ਕੋ ਨਾ ਮਿਲੇ, ਫਿਰ ਆਵੇ ਜਾਏ। ਪ੍ਰਭੂ ਨੂੰ ਵਿਸਾਰ ਕੇ ਕਿਸੇ ਹੋਰ ਮਾਇਆ ਆਦਿਕ ਦੇ ਪਿਆਰ ਵਿੱਚ ਰਿਹਾ ਕੋਈ ਮਨੁੱਖ ਪਰਮਾਤਮਾ ਨੂੰ ਨਹੀਂ ਮਿਲ ਸਕਦਾ। ਉਹ ਤਾਂ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ। ਸਭ ਮੈਂ ਇੱਕ ਵਰਤਦਾ, ਏਕੋ ਰਿਹਾ ਸਮਾਏ। ਭਾਵੇਂ ਸਭ ਜੀਵਾਂ ਵਿੱਚ ਪਰਮਾਤਮਾ ਹੀ ਵਸਦਾ ਹੈ ਤੇ ਹਰ ਥਾਂ ਪਰਮਾਤਮਾ ਹੀ ਮੌਜੂਦ ਹੈ। ਜਿਸ ਨੂੰ ਆਪ ਦਿਆਲ ਹੋਏ, ਸੋ ਗੁਰਮੁਖ ਨਾਮ ਸਮਾਏ। ਫਿਰ ਵੀ ਉਹੀ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਉਸ ਦੇ ਨਾਮ ਵਿੱਚ ਲੀਨ ਹੁੰਦਾ ਹੈ, ਜਿਸ ਉੱਤੇ ਪ੍ਰਭੂ ਆਪ ਦਿਆਵਨ ਹੋਵੇ। ਪੜ੍ਹ ਪੜ੍ਹ ਪੰਡਤ ਜੋਤ ਕੀ, ਵਾਦ ਕਰੇ ਵਿਚਾਰ। ਪੰਡਿਤ ਤੇ ਜੋਤਸ਼ੀ ਸ਼ਾਸਤਰ ਪੜ੍ਹ ਪੜ੍ਹ ਕੇ ਨਿਰੀਆਂ ਬਹਿਸਾਂ ਦਾ ਹੀ ਵਿਚਾਰ ਕਰਦੇ ਹਨ। ਮਤ ਬੁੱਧ ਭਵੀ ਨਾ ਬੁਝਈ, ਅੰਤਰ ਲੋਭ ਵਿਕਾਰ। ਇਸ ਤਰ੍ਹਾਂ ਉਹਨਾਂ ਦੀ ਮਤ, ਉਹਨਾਂ ਦੀ ਅਕਲ ਕੁਰਾਹੇ ਪੈ ਜਾਂਦੀ ਹੈ। ਉਹ ਜੀਵਨ ਦੇ ਸਹੀ ਰਸਤੇ ਨੂੰ ਨਹੀਂ ਸਮਝਦੇ। ਉਹਨਾਂ ਦੇ ਅੰਦਰ ਲੋਭ ਦਾ ਵਿਕਾਰ ਪ੍ਰਬਲ ਹੁੰਦਾ ਹੈ। ਲੱਖ 84 ਭਰਮ ਦੇ, ਭ੍ਰਮ ਭ੍ਰਮ ਹੋਏ ਖੁਆਰ। ਉਹ ਮਾਇਆ ਪਿੱਛੇ ਭਟਕ ਭਟਕ ਕੇ ਲੋਭ ਲਹਿਰ ਵਿੱਚ ਖੁਆਰ ਹੋ ਕੇ 84 ਲੱਖ ਜੂਨਾਂ ਦੇ ਗੇੜ ਵਿੱਚ ਭਟਕਦੇ ਰਹਿੰਦੇ ਹਨ। ਪੂਰਬ ਲਿਖਿਆ ਕਮਾਵਣਾ, ਕੋਈ ਨਾ ਮਿਟਣ ਹਾਰ। ਪਰ ਉਹਨਾਂ ਦੇ ਵੀ ਕੀ ਵਸ। ਪੂਰਬਲੇ ਜੀਵਨ ਵਿੱਚ ਕੀਤੇ ਕਰਮਾਂ ਦੇ ਉਕਰੇ ਸੰਸਕਾਰਾਂ ਅਨੁਸਾਰ ਹੀ ਕਮਾਈ ਕਰੀਦੀ ਹੈ। ਕੋਈ ਆਪਣੇ ਉਦਮ ਨਾਲ ਉਹਨਾਂ ਸੰਸਕਾਰਾਂ ਨੂੰ ਮਿਟਾ ਨਹੀਂ ਸਕਦਾ। ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੇ ਆਪ ਗਵਾਏ। ਇਹ ਸੰਸਕਾਰ ਮਿਟਦੇ ਹਨ ਗੁਰੂ ਦੀ ਸ਼ਰਨ ਪਿਆਂ। ਪਰ ਗੁਰੂ ਦੀ ਦੱਸੀ ਸੇਵਾ ਬੜੀ ਔਖੀ ਹੈ। ਆਪਾ ਭਾਵ ਗਵਾ ਕੇ ਸਿਰ ਦੇਣਾ ਪੈਂਦਾ ਹੈ। ਸ਼ਬਦ ਮਿਲੇ ਤਾਂ ਹਰ ਮਿਲੇ, ਸੇਵਾ ਪਏ ਸਭ ਥਾਏ। ਜਦੋਂ ਕੋਈ ਜੀਵ ਗੁਰੂ ਦੇ ਸ਼ਬਦ ਵਿੱਚ ਜੁੜਦੇ ਹਨ
ਤਾਂ ਉਹਨਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ, ਉਹਨਾਂ ਦੀ ਸੇਵਾ ਕਬੂਲ ਹੋ ਜਾਂਦੀ ਹੈ। ਪਾਰਸ ਪਰਸੀਏ ਪਾਰਸ ਹੋਏ, ਜੋਤੀ ਜੋਤ ਸਮਾਏ। ਗੁਰੂ ਪਾਰਸ ਨੂੰ ਮਿਲਿਆ ਪਾਰਸ ਹੋ ਜਾਈਦਾ ਹੈ। ਗੁਰੂ ਦੀ ਸਹਾਇਤਾ ਨਾਲ ਪਰਮਾਤਮਾ ਦੀ ਜੋਤ ਵਿੱਚ ਮਨੁੱਖ ਦੀ ਜੋਤ ਮਿਲ ਜਾਂਦੀ ਹੈ। ਜਿਨ ਕੋ ਪੂਰਬ ਲਿਖਿਆ, ਤਿਨ ਸਤਿਗੁਰ ਮਿਲਿਆ ਆਏ। ਪਰ ਗੁਰੂ ਵੀ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਭਾਗਾਂ ਵਿੱਚ ਧੁਰੋਂ ਬਖਸ਼ਿਸ਼ ਦਾ ਲੇਖ ਲਿਖਿਆ ਹੋਇਆ ਹੋਵੇ। ਮਨ ਭੂਖਾ ਭੂਖਾ ਮਤ ਕਰੈ, ਮਤ ਤੂੰ ਕਰੇ ਪੁਕਾਰ। ਹੇ ਮੇਰੇ ਮਨ, ਹਰ ਵੇਲੇ ਤ੍ਰਿਸ਼ਨਾ ਦੇ ਅਧੀਨ ਨਾ ਟਿਕਿਆ ਰਹੋ ਤੇ ਗਿਲੇ ਗੁਜ਼ਾਰੀ ਨਾ ਕਰਦਾ ਰਹੋ। ਲੱਖ 84 ਜਿਨ ਸ੍ਰੀ, ਸਭ ਸੈ ਦੇ ਆਧਾਰ। ਜਿਸ ਪਰਮਾਤਮਾ ਨੇ 84 ਲੱਖ ਜੂਨ ਪੈਦਾ ਕੀਤੀ ਹੈ, ਉਹ ਹਰੇਕ ਜੀਵ ਨੂੰ ਰੋਜੀ ਦਾ ਆਸਰਾ ਵੀ ਦਿੰਦਾ ਹੈ। ਨਿਰਭਉ ਸਦਾ ਦਿਆਲ ਹੈ, ਸਭਨਾ ਕਰਦਾ ਸਾਰ। ਉਹ ਪ੍ਰਭੂ ਜਿਸ ਨੂੰ ਕਿਸੇ ਦਾ ਡਰ ਨਹੀਂ ਹੈ, ਜੋ ਦਇਆ ਦਾ ਸੋਮਾ ਹੈ, ਸਭ ਜੀਵਾਂ ਦੀ ਸੰਭਾਲ ਕਰਦਾ ਹੈ। ਨਾਨਕ ਗੁਰਮੁਖ ਬੁਝੀਏ, ਪਾਈਏ ਮੁਖ ਦੁਆਰ। ਹੇ ਨਾਨਕ, ਗੁਰੂ ਦੀ ਸ਼ਰਨ ਪਿਆ ਇਹ ਸਮਝ ਆਉਂਦੀ ਹੈ ਤੇ ਮਾਇਆ ਦੇ ਬੰਧਨਾਂ ਤੋਂ ਖਲਾਸੀ ਦਾ ਰਾਹ ਲੱਭਦਾ ਹੈ।